ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਉੱਤੇ ਤੇ ਅੱਜ ਦੀ ਇਸ ਰਿਪੋਰਟ ਦੇ ਵਿੱਚ ਬਹੁਤ ਹੀ ਅਹਿਮ ਤੇ ਸੰਜੀਦਾ ਮੁੱਦੇ ਉੱਤੇ ਗੱਲਬਾਤ ਕਰਨ ਲਈ ਮੈਂ ਹਾਜ਼ਰ ਹਾਂ ਤੇ ਅੱਜ ਮੈਂ ਗੱਲ ਕਰਾਂਗਾ ਪੰਜਾਬ ਦੇ ਟਰਾਂਸਪੋਰਟ ਮਾਫੀਆ ਬਾਰੇ। ਪੰਜਾਬ ਦੇ ਵਿੱਚ ਇੱਕ ਟਰਾਂਸਪੋਰਟ ਮਾਫੀਆ ਬੀਤੇ ਕਈ ਦਹਾਕਿਆਂ ਤੋਂ ਚੱਲਦਾ ਪਿਆ ਹੈ। ਡੇਢ ਦਹਾਕੇ ਤੋਂ ਖਾਸ ਕਰਕੇ ਅਕਾਲੀ ਸਰਕਾਰ ਦੇ ਵਕਤ ਤੋਂ ਇਸ ਟਰਾਂਸਪੋਰਟ ਮਾਫੀਆ ਨੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕੀਤੀ ਹੈ। ਅਫਸਰਾਂ ਦੀਆਂ ਟਰਾਂਸਪੋਰਟ ਮਹਿਕਮੇ ਦੀਆਂ ਅਫਸਰਾਂ ਦੀਆਂ ਵੀ ਜੇਬਾਂ ਵੀ ਹਰੀਆਂ ਹੋਈਆਂ ਨੇ ਤੇ ਉਹਨਾਂ ਟਰਾਂਸਪੋਰਟਰਾਂ ਦੇ ਜ਼ਰੀਏ ਉਹਨਾਂ ਸਿਆਸਤਦਾਨਾਂ ਦੀ ਜੇਬਾਂ ਦੇ ਵਿੱਚ ਵੀ ਮੋਟਾ ਮਾਲ ਬੀਤੇ ਤਕਰੀਬਨ 15 ਸਾਲਾਂ ਦੇ ਵਿੱਚ ਗਿਆ ਹੈ, ਜੋ ਕਿ ਜਾਂ ਤਾਂ ਹੁਕਮਰਾਨ ਰਹੇ ਨੇ ਜਾਂ ਫਿਰ ਉਹਨਾਂ ਨੇ ਉਹਨਾਂ ਟਰਾਂਸਪੋਰਟਰਾਂ ਦੇ ਇਸ਼ਾਰਿਆਂ ਉੱਤੇ ਟਰਾਂਸਪੋਰਟ ਪਾਲਿਸੀ ਨੂੰ ਟਵੀਕ ਕਰਕੇ ਇਸ ਤਰੀਕੇ ਦੀਆਂ ਚੋਰ ਮੋਰੀਆਂ ਕ੍ਰੀਏਟ ਕੀਤੀਆਂ, ਪਾਲਿਸੀ ਦੇ ਵਿੱਚ ਸਕੀਮਾਂ ਦੇ ਵਿੱਚ ਇਸ ਤਰੀਕੇ ਦੀਆਂ ਘੁੰਡੀਆਂ ਪੈਦਾ ਕੀਤੀਆਂ ਜਿਸ ਦੇ ਕਾਰਨ ਸੂਬੇ ਦੇ ਖਜ਼ਾਨੇ ਨੂੰ ਕਹਿ ਲਈਏ, ਪੰਜਾਬ ਰੋਡਵੇਜ਼ ਜਾਂ ਪੀਆਰਟੀਸੀ ਵਰਗੇ ਅਦਾਰਿਆਂ ਨੂੰ ਕਰੋੜਾਂ ਨਹੀਂ ਬਲਕਿ ਅਰਬਾਂ ਰੁਪਏ ਦਾ ਚੂਨਾ ਬੀਤੇ ਡੇਢ ਦਹਾਕੇ ਦੇ ਵਿੱਚ ਲੱਗ ਚੁੱਕਾ ਹੈ। ਸੋ ਅੱਜ ਸਾਰੀਆਂ ਪਰਤਾਂ ਖੋਲਾਂਗੇ ਉਸ ਟਰਾਂਸਪੋਰਟ ਮਾਫੀਆ ਦੀ। ਜੇ ਲੋੜ ਪਈ ਤਾਂ ਹੋਰ ਰਿਪੋਰਟਾਂ ਵੀ ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਨਜ਼ਰ ਕਰਾਂਗੇ, ਲੇਕਿਨ ਅੱਜ ਮੈਂ ਸ਼ੁਰੂਆਤ ਕਰਨੀ ਚਾਹਾਂਗਾ ਇੱਕ ਬੇਸਿਕ ਪੁਆਇੰਟ ਤੋਂ ਜੋ ਕਿ ਟਰਾਂਸਪੋਰਟ ਮਾਫੀਆ ਕਿਵੇਂ ਆਪਰੇਟ ਕਰਦਾ ਹੈ ਉਸ ਨੂੰ ਸਮਝਣ ਦੇ ਵਿੱਚ ਤੁਹਾਡੀ ਮਦਦ ਕਰੇਗਾ। ਇਸ ਮੁੱਦੇ ਨੂੰ ਹਾਲ ਹੀ ਦੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਵੱਲੋਂ ਚੁੱਕਿਆ ਗਿਆ ਹੈ। ਆਰਟੀਆਈ ਦੇ ਇੱਕ ਬਹੁਤ ਹੀ ਜੁਝਾਰੂ ਐਕਟਿਵਿਸਟ ਹੈਗੇ ਨੇ ਦਿਨੇਸ਼ ਚੱਡਾ, ਰੋਪੜ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਨੇ। ਉਹਨਾਂ ਵੱਲੋਂ ਬੀਤੇ ਕੁਝ ਦਿਨਾਂ ਦੇ ਵਿੱਚ ਕਈ ਪ੍ਰੈਸ ਕਾਨਫਰੰਸਾਂ ਦੇ ਜ਼ਰੀਏ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਹੈਗੇ ਨੇ ਰਾਜਾ ਵੜਿੰਗ, ਉਹਨਾਂ ਨੂੰ ਵੰਗਾਰਿਆ ਗਿਆ ਹੈ, ਚੁਣੌਤੀ ਦਿੱਤੀ ਗਈ ਹੈ ਵੀ ਹੁਣ ਇਸ ਮਹਿਕਮੇ ਦੇ ਮੰਤਰੀ ਹੋਣ ਦੇ ਨਾਤੇ ਰੋਕ ਲਾਓ ਤੇ ਨੱਥ ਪਾਓ ਉਸ ਟਰਾਂਸਪੋਰਟ ਮਾਫੀਆ ਉੱਤੇ ਜਿਸ ਉੱਤੇ ਅੱਜ ਦੀ ਤਰੀਕ ਦੇ ਵਿੱਚ ਵੀ ਨੱਥ ਨਹੀਂ ਪੈ ਸਕੀ ਹੈ। ਪਿਛੋਕੜ ਬਹੁਤ ਟੈਕਨੀਕਲ ਹੈ, ਤਕਨੀਕੀ ਪੱਧਰ ਤੇ ਕੋਰਟ ਕਚਹਿਰੀਆਂ ਦੇ ਕੇਸਾਂ ਦੇ ਜ਼ਰੀਏ ਹੁੰਦੇ ਹੋਏ ਸਮਝਾਂਗੇ ਇਸ ਪੂਰੇ ਘੁਟਾਲੇ ਨੂੰ, ਲੇਕਿਨ ਮੋٹے ਸ਼ਬਦਾਂ ਦੇ ਵਿੱਚ ਇਹ ਦੱਸ ਦਈਏ ਵੀ ਇੱਕ ਪਰਮਿਟ ਜਿਹੜਾ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੱਸ ਆਪਰੇਟਰ ਨੂੰ ਆਪਣੀ ਬੱਸ ਜਾਂ ਆਪਣੀ ਗੱਡੀ ਚਲਾਉਣ ਲਈ, ਉਸ ਦਾ ਜਿਹੜਾ ਰੂਟ ਹੁੰਦਾ ਹੈ ਉਸ ਦੇ ਵਿੱਚ ਕਈ ਵਾਰ ਵਾਧਾ ਕੀਤਾ ਜਾਂਦਾ ਹੈ। 24 ਕਿਲੋਮੀਟਰ ਦਾ ਵਾਧਾ ਇੱਕ ਸਟੇਜ ਦੇ ਉੱਤੇ ਜਾਂ ਇੱਕ ਵਾਰੀ ਦੇ ਵਿੱਚ ਸੰਭਵ ਹੁੰਦਾ ਹੈ। ਇੱਕ ਟਰਮਨੀ ਤੋਂ ਲੈ ਕੇ ਦੂਸਰੇ ਟਰਮਨੀ ਯਾਨੀ ਕਿ ਉਹ ਪੁਆਇੰਟ ਜਿੱਥੋਂ ਕਿ ਉਸ ਰੂਟ ਦਾ ਪਰਮਿਟ ਸ਼ੁਰੂ ਹੁੰਦਾ ਹੈ ਤੇ ਉਸ ਪੁਆਇੰਟ ਉਸ ਸ਼ਹਿਰ ਜਿੱਥੇ ਕਿ ਉਹ ਖਤਮ ਹੁੰਦਾ ਹੈ, ਇਹ ਦੋਵਾਂ ਨੂੰ ਟਰਮਨੀ ਕਿਹਾ ਜਾਂਦਾ ਹੈ। ਇੱਕ ਟਰਮਨੀ ਤੋਂ ਦੂਸਰੀ ਟਰਮਨੀ ਦੇ ਦੌਰਾਨ ਜਾਂ ਤਾਂ ਡਾਇਵਰਜਨ ਦੇ ਰੂਪ ਵਿੱਚ ਯਾਨੀ ਉਸ ਰੂਟ ਦੇ ਵਿੱਚ ਤੁਸੀਂ 24 ਕਿਲੋਮੀਟਰ ਦੀ ਡਾਇਵਰਜਨ ਲੈ ਸਕਦੇ ਹੋ ਇੱਕ ਐਕਸਟੈਂਸ਼ਨ ਦੇ ਤਹਿਤ, ਜਾਂ ਫਿਰ ਕਿਸੇ ਵੀ ਟਰਮੀਨਲ ਪੁਆਇੰਟ ਦੇ ਉੱਤੇ ਤੁਸੀਂ ਅੱਗੇ ਉਸ ਨੂੰ ਐਕਸਟੈਂਡ ਕਰ ਸਕਦੇ ਹੋ। ਇਹ ਸਕੀਮ ਹੈ ਵੱਖ-ਵੱਖ ਜਿਹੜੇ ਪੰਜਾਬ ਮੋਟਰ ਵਹੀਕਲ ਐਕਟ 1988 ਦਾ ਹੈ, ਉਸ ਦੇ ਵਿੱਚ ਅਲੱਗ-ਅਲੱਗ ਸਕੀਮਾਂ ਕਈ ਸਾਲਾਂ ਦੇ ਦੌਰਾਨ ਲਿਆਂਦੀਆਂ ਗਈਆਂ ਜਿਸ ਉੱਤੇ ਕਿ ਮੈਂ ਤੁਹਾਡੀ ਨਜ਼ਰਸਾਨੀ ਜ਼ਰੂਰ ਕਰਵਾਵਾਂਗਾ। ਲੇਕਿਨ ਇਹ ਦੱਸ ਦਈਏ ਵੀ ਇਹਨਾਂ ਟਰਮੀਨੀਜ਼ ਦੇ ਵਿੱਚ ਜਿਹੜੀਆਂ ਐਕਸਟੈਂਸ਼ਨਸ ਹੈ ਉਹ ਇੱਕ ਐਕਸਟੈਂਸ਼ਨ ਨਾ ਦੇ ਕੇ 24 ਕਿਲੋਮੀਟਰ ਦੀ ਬਲਕਿ ਕਈ ਕੇਸਾਂ ਦੇ ਵਿੱਚ 10 ਐਕਸਟੈਂਸ਼ਨਾਂ ਵੀ ਦਿੱਤੀਆਂ ਗਈਆਂ, 24 ਕਿਲੋਮੀਟਰ। ਸੋ ਕੁਝ ਅਜਿਹੇ ਰੂਟ ਸੀ ਜੋ ਕਿ ਜੇ 70 ਜਾਂ 71 ਕਿਲੋਮੀਟਰ ਦਾ ਰੂਟ ਸੀ ਤਾਂ ਉਹ 171 ਕਿਲੋਮੀਟਰ ਹੋ ਗਿਆ ਤੇ ਇਹਨਾਂ ਇੱਕ ਟਰਮਨੀ ਤੋਂ ਦੂਸਰੀ ਟਰਮਨੀ ਤੱਕ ਦਿੱਤੀਆਂ ਜਾਂਦੀਆਂ ਐਕਸਟੈਂਸ਼ਨ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਸੀ, ਯਾਨੀ ਕਿ ਪ੍ਰਾਈਵੇਟ ਆਪਰੇਟਰਾਂ ਨੂੰ ਇਹ ਫਾਇਦਾ ਪਹੁੰਚਾਇਆ ਗਿਆ। ਸੋ ਦਿਨੇਸ਼ ਚੱਡਾ ਆਰਟੀਆਈ ਦੇ ਜਿਹੜੇ ਐਕਟਿਵਿਸਟ ਰਹੇ ਹੈਗੇ ਨੇ, ਆਮ ਆਦਮੀ ਪਾਰਟੀ ਦੇ ਆਗੂ ਨੇ, ਪਹਿਲਾਂ ਇੱਕ ਉਹਨਾਂ ਦਾ ਥੋੜਾ ਜਿਹਾ ਛੋਟਾ ਬਿਆਨ ਤੁਹਾਨੂੰ ਸੁਣਵਾ ਦਿੰਦਾ ਹੈ, ਉਸ ਤੋਂ ਬਾਅਦ ਇਸ ਰਿਪੋਰਟ ਨੂੰ ਆਪਾਂ ਅੱਗੇ ਤੋਰਾਂਗੇ। ਸਤਿਕਾਰਯੋਗ ਮੰਤਰੀ ਸਾਹਿਬ ਰਾਜਾ ਵੜਿੰਗ ਸਾਹਿਬ, ਤੁਹਾਨੂੰ ਪਹਿਲਾਂ ਵੀ ਇੱਕ ਬੇਨਤੀ ਭੇਜੀ ਸੀਗੀ। ਪੰਜਾਬ ਦੇ ਵਿੱਚ ਚੱਲ ਰਹੇ ਸਿਆਸਤਦਾਨਾਂ ਦੇ 5000 ਬੱਸਾਂ ਦੇ ਨਜਾਇਜ਼ ਪਰਮਿਟ ਰੱਦ ਕਰਨ ਦੇ ਬਾਰੇ ਸਬੂਤ ਦੇ ਤੌਰ ਤੇ ਆਪ ਜੀ ਨੂੰ ਨਾਲ ਆਰਬਿਟ ਦੀ ਔਰ ਨਿਊ ਦੀ ਬੱਸਾਂ ਦੀ ਨਜਾਇਜ਼ ਪਰਮਿਟਾਂ ਦੀ ਸੂਚੀ ਵੀ ਭੇਜੀ ਸੀਗੀ, ਪਰ ਤੁਸੀਂ ਹੁਣ ਤੱਕ ਬੱਸ ਅੱਡਿਆਂ ਦੇ ਉੱਤੋਂ ਖੋਖੇ ਵੀ ਚੁਕਵਾਏ ਨੇ, ਕੁਝ ਬੱਸਾਂ ਦੇ ਚਲਾਨ ਵੀ ਤੁਸੀਂ ਕੀਤੇ ਨੇ, ਪਰ ਹੁਣ ਤੱਕ ਇਹ ਸਿਆਸਤਦਾਨਾਂ ਦੇ ਨਜਾਇਜ਼ ਪਰਮਿਟਾਂ ਦੇ ਉੱਪਰ ਕਾਰਵਾਈ ਨਹੀਂ ਹੋ ਰਹੀ ਹੈ। ਕਿਉਂ ਨਹੀਂ ਹੋ ਰਹੀ ਹੈ ਇਹ ਤੁਸੀਂ ਦੱਸ ਸਕਦੇ ਹੋ। ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਫਿਰ ਤੋਂ ਇੱਕ ਵਾਰ ਦੁਬਾਰਾ ਬੇਨਤੀ ਵੀ ਭੇਜ ਰਹੇ ਹਾਂ ਔਰ ਨਾਲ ਸਬੂਤ ਦੇ ਤੌਰ ਤੇ ਕੁਝ ਹੋਰ ਟਰਾਂਸਪੋਰਟਾਂ ਦੇ ਨਜਾਇਜ਼ ਪਰਮਿਟਾਂ ਦੀ ਸੂਚੀ ਵੀ ਭੇਜ ਰਹੇ ਹਾਂ। ਮਾਣਯੋਗ ਮੰਤਰੀ ਸਾਹਿਬ, ਜਿਹੜੀ ਰਾਜਧਾਨੀ ਟਰਾਂਸਪੋਰਟ ਹੈ, ਰਾਜਧਾਨੀ ਦਾ 46 ਕਿਲੋਮੀਟਰ ਦਾ ਜਿਹੜਾ ਪਰਮਿਟ ਸੀ ਉਹ ਵੱਧ ਕੇ 330 ਕਿਲੋਮੀਟਰ ਦਾ ਕਿਵੇਂ ਹੋ ਗਿਆ? ਜਿਹੜੀ ਤੁਹਾਡੀ ਦੂਜੀ ਤਾਜ ਟਰੈਵਲਸ ਹੈ, ਤਾਜ ਟਰੈਵਲ ਦਾ ਜਿਹੜਾ 30 ਕਿਲੋਮੀਟਰ ਦਾ ਪਰਮਿਟ ਸੀ ਉਹ ਵੱਧ ਕੇ 83 ਕਿਲੋਮੀਟਰ ਕਿਵੇਂ ਹੋ ਗਿਆ? ਜਿਹੜੀ ਪ੍ਰਿੰਸ ਹਾਈਵੇਜ਼ ਹੈ ਉਹਦਾ 23 ਕਿਲੋਮੀਟਰ ਦਾ ਪਰਮਿਟ ਵੱਧ ਕੇ 89 ਕਿਲੋਮੀਟਰ ਕਿਵੇਂ ਹੋ ਗਿਆ? ਇਹ 7 ਗੁਣਾ
ਵਾਧੇ ਪੰਜਾਬ ਦੇ 5000 ਪਰਮਿਟਾਂ ਦੇ ਵਿੱਚ ਕਿਵੇਂ ਹੋ ਗਏ? ਇਹ ਸਿਰਫ ਇਸ ਕਰਕੇ ਹੋਏ ਹੈ ਕਿਉਂਕਿ 50% ਦਾ ਕਾਨੂੰਨ ਸੀ ਕਿ 50% ਜਿਹੜੇ ਪਰਮਿਟ ਪ੍ਰਾਈਵੇਟ ਦੇ, 50% ਸਰਕਾਰੀ ਦੇ। ਜਦੋਂ ਕਾਂਗਰਸੀ ਤੇ ਅਕਾਲੀ ਆਗੂਆਂ ਨੇ ਦੇਖਿਆ ਕਿ ਹੁਣ 50% ਤੋਂ ਜ਼ਿਆਦਾ ਪਰਮਿਟ ਅਸੀਂ ਹੋਰ ਨਹੀਂ ਲੈ ਸਕਦੇ ਤਾਂ ਉਹਨਾਂ ਨੇ ਆਪਣੇ ਪਰਮਿਟਾਂ ਦੇ ਵਿੱਚ 7-7 ਗੁਣਾ ਵਾਧੇ ਕਰ ਲਏ। ਇਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕੀਤਾ ਗਿਆ। ਜਿਹੜਾ ਮਨਪ੍ਰੀਤ ਬਾਦਲ ਸਾਹਿਬ ਬਾਰ-ਬਾਰ ਕਹਿੰਦੇ ਆ ਕਿ ਖਜ਼ਾਨਾ ਖਾਲੀ ਹੈ, ਉਹ ਐਵੇਂ ਕਾਂਗਰਸੀਆਂ ਔਰ ਅਕਾਲੀਆਂ ਨੇ ਖਾਲੀ ਕੀਤਾ। ਹੁਣ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਵਾਕਈ ਕਾਰਵਾਈ ਕਰਨਾ ਚਾਹੁੰਦੇ ਆ ਤਾਂ ਇਹਨਾਂ 5000 ਪਰਮਿਟਾਂ ਨੂੰ, ਜਿਨ੍ਹਾਂ ਦੇ ਬਾਰੇ ਮਾਣਯੋਗ ਹਾਈ ਕੋਰਟ ਵੀ 2012 ਦੇ ਵਿੱਚ ਕਹਿ ਚੁੱਕੀ ਹੈ ਰੱਦ ਕਰਨ ਦੇ ਲਈ, ਪਰ ਤੁਹਾਡੀ ਸਰਕਾਰ ਨੇ ਹੁਣ ਤੱਕ ਨਹੀਂ ਕੀਤੇ। ਤੁਹਾਡੇ 5 ਸਾਲ ਪੂਰੇ ਹੋਣ ਵਾਲੇ ਹੈ, ਇਹਨਾਂ ਨੂੰ ਤੁਰੰਤ ਰੱਦ ਕਰੋ। ਕੱਲੇ ਰੱਦ ਕਰਨ ਨਾਲ ਗੱਲ ਨਹੀਂ ਬਣਨੀ ਮੰਤਰੀ ਸਾਹਿਬ। ਜੇਕਰ ਵਾਕਈ ਕਾਰਵਾਈ ਕਰਨੀ ਹੈ ਤਾਂ ਇਹਨਾਂ ਅਫਸਰਾਂ ਦੇ ਉੱਪਰ ਜਿਨ੍ਹਾਂ ਨੇ ਇਸ ਤਰੀਕੇ ਨਾਲ 10-10 ਵਾਰ ਪਰਮਿਟਾਂ ਦੇ ਵਾਅਦੇ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਔਰ ਜਿਹੜੇ ਸਿਆਸਤਦਾਨਾਂ ਨੇ ਕਰਵਾਇਆ ਉਹਨਾਂ ਦੇ ਉੱਪਰ ਪਰਚਾ ਦਰਜ ਕਰੋ, FIR ਦਰਜ ਕਰੋ। ਪੰਜਾਬ ਦੇ ਇੱਕ ਪੈਸੇ ਦੀ ਇਹਨਾਂ ਦੇ ਕੋਲੋਂ ਰਿਕਵਰੀ ਕਰੋ, ਕਿਉਂਕਿ ਸਾਰਾ ਕੁਝ ਨਜਾਇਜ਼ ਹੋਇਆ, ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਹੋਇਆ। ਜੇ ਕਾਰਵਾਈ ਕਰਨੀ ਚਾਹੁੰਦੇ ਆ ਟਰਾਂਸਪੋਰਟ ਮਾਫੀ ਦੇ ਖਿਲਾਫ ਤਾਂ ਪਰਚਾ ਦਰਜ ਜ਼ਰੂਰ ਕਰਿਓ। ਜੇ ਹੋਰ ਸਬੂਤ ਚਾਹੀਦੇ ਨੇ ਤਾਂ ਦੱਸੋ, ਸਮਾਂ ਦੱਸੋ, ਸਥਾਨ ਦੱਸੋ, ਅਸੀਂ ਆਪ ਜੀ ਕੋਲ ਸਾਰੇ ਸਬੂਤ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਤੁਸੀਂ ਸੁਣਿਆ ਵੀ ਦਿਨੇਸ਼ ਚੱਡਾ ਨੇ ਕੀ ਗੱਲ ਕਹੀ। ਜੋ ਗੱਲ ਕਹਿ ਰਹੇ ਨੇ ਉਹ 100% ਸਹੀ ਹੈ, ਹਾਲਾਂਕਿ ਇਹ ਇੱਕ ਸਿਆਸੀ ਆਗੂ ਦਾ ਬਿਆਨ ਹੈ। ਸੋ ਸ਼ੁਰੂਆਤ ਕਰਦੇ ਹਾਂ ਇਸ ਪੂਰੀ ਕਹਾਣੀ ਦੀ, ਜੋ ਕਿ ਸਾਲ 1988 ਦੇ ਵਿੱਚ ਸ਼ੁਰੂ ਹੁੰਦੀ ਹੈ। ਪੰਜਾਬ ਮੋਟਰ ਵਹੀਕਲ ਐਕਟ 1988 ਦਾ ਪਾਸ ਕੀਤਾ ਜਾਂਦਾ ਹੈ। ਦੇਸ਼ ਦੇ ਵਿੱਚ ਜਿਹੜੇ ਅਲੱਗ-ਅਲੱਗ ਐਕਟ ਪਾਸ ਹੋਏ ਨੇ, ਮੋਟਰ ਵਹੀਕਲ ਐਕਟ, ਆਲ ਇੰਡੀਆ ਮੋਟਰ ਵਹੀਕਲ ਐਕਟ, ਉਹ 1939 ਦੇ ਵਿੱਚ ਹੁੰਦਾ ਹੈ, ਫਿਰ 1988 ਦੇ ਵਿੱਚ ਉਸ ਵਿੱਚ ਤਰਮੀਮ ਕੀਤੀ ਜਾਂਦੀ ਹੈ। ਉਹਨਾਂ ਹੀ ਲੀਹਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਇੱਕ ਮੋਟਰ ਵਹੀਕਲ ਐਕਟ ਲਾਗੂ ਕਰਤਾ ਜਾਂਦਾ ਹੈ। ਸਭ ਤੋਂ ਅਹਿਮ ਜਿਹੜੀ ਗੱਲ ਸਮਝਣ ਵਾਲੀ ਹੁੰਦੀ ਹੈ, ਉਸ ਤਹਿਤ ਪੰਜਾਬ ਦੇ ਇਸ ਮੋਟਰ ਵਹੀਕਲ ਐਕਟ ਜਾਂ ਫਿਰ ਉਸ ਦੇ ਤਹਿਤ ਆਉਣ ਵਾਲੀਆਂ ਅਲੱਗ-ਅਲੱਗ ਸਕੀਮਾਂ ਜੋ ਕਿ ਸਮੇਂ-ਸਮੇਂ ਤੇ ਲਾਂਚ ਕੀਤੀਆਂ ਜਾਂਦੀਆਂ ਰਹੀਆਂ ਜਾਂ ਉਹਨਾਂ ਦੇ ਵਿੱਚ ਤਰਮੀਮਾਂ ਹੁੰਦੀਆਂ ਰਹੀਆਂ, ਉਹ ਸਕੀਮਾਂ ਦੇ ਤਹਿਤ ਜਿਹੜੇ ਵੀ ਪਰਮਿਟਸ ਦਿੱਤੇ ਜਾਂਦੇ ਨੇ ਕਿਸੇ ਵੀ ਰੂਟ ਦੇ ਉੱਤੇ, ਯਾਨੀ ਕਿ ਇੱਕ ਟਰਮੀਨੀ ਤੋਂ ਦੂਸਰੀ ਟਰਮੀਨੀ ਤੱਕ ਜਾਣ ਵਾਲੀ ਬੱਸ ਦਾ ਜਿਹੜਾ ਵੀ ਪਰਮਿਟ ਅਵਾਰਡ ਕੀਤਾ ਜਾਂਦਾ ਹੈ, ਉਸ ਨੂੰ ਇੱਕ ਫਾਰਮੂਲੇ ਦੇ ਤਹਿਤ ਅਵਾਰਡ ਕੀਤਾ ਜਾਂਦਾ ਹੈ। ਕਿਉਂਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਤੇ ਦੇਸ਼ ਦੀ ਜਿਹੜੀ ਨੀਤੀ ਹੈ, ਟਰਾਂਸਪੋਰਟ ਦੀ ਨੀਤੀ ਹੈ, ਉਹ ਇਹ ਮੰਗ ਕਰਦੀ ਹੈ ਵੀ ਸੂਬੇ ਦੇ ਜਿਹੜੇ ਨੈਸ਼ਨਲ ਹਾਈਵੇਜ਼ ਦੇ ਹੈਗੇ ਨੇ, ਯਾਨੀ ਕਿ ਕੌਮੀ ਜਿਹੜੇ ਸਾਡੇ ਰਾਜਮਾਰਗ ਹੈਗੇ ਨੇ, ਉਹਨਾਂ ਦੇ ਵਿੱਚ 75% ਜਿਹੜੀਆਂ ਬੱਸਾਂ ਉਹ ਸਟੇਟ ਰੋਡਵੇਜ਼ ਦੀਆਂ, ਯਾਨੀ ਕਿ ਸਰਕਾਰੀ ਬੱਸਾਂ ਚੱਲਣ, PRTC ਜਾਂ ਪੰਜਾਬ ਰੋਡਵੇਜ਼, ਤੇ 25% ਪ੍ਰਾਈਵੇਟ ਆਪਰੇਟਰਸ ਨੂੰ ਇਹਨਾਂ ਤਹਿਤ ਪਰਮਿਟ ਦਿੱਤੇ ਜਾਣ। ਇਹ ਵੱਡੇ ਲੌਂਗ ਰੂਟਸ ਨੇ, ਕਾਫੀ ਲੁਕਰੇਟਿਵ ਰੂਟਸ ਹੈਗੇ ਨੇ। ਇਸੇ ਤਰੀਕੇ ਨਾਲ ਸਟੇਟ ਹਾਈਵੇ ਤੇ ਜਦੋਂ ਆਉਂਦੇ ਆ ਤਾਂ ਉਸ ਦੇ ਵਿੱਚ 50% ਯਾਨੀ ਕਿ 50% ਜਿਹੜੇ ਹਿੱਸਾ ਹੁੰਦਾ ਹੈ, ਜਿੰਨੇ ਵੀ ਪਰਮਿਟ ਦਿੱਤੇ ਜਾਣੇ ਹੁੰਦੇ ਨੇ, ਉਹ ਹੁੰਦਾ ਹੈ ਪ੍ਰਾਈਵੇਟ ਆਪਰੇਟਰਸ ਦਾ, ਤੇ 50% ਜਿਹੜੇ ਸਟੇਟ ਆਪਰੇਟਰਸ ਨੇ। ਇਸ ਤੋਂ ਇਲਾਵਾ ਹੋਰ ਜਿਹੜੀਆਂ ਰੋਡਸ ਆ ਜਾਂਦੇ ਨੇ, ਜੋ ਕਿ ਅੰਦਰਲੀਆਂ ਰੋਡਸ ਹੁੰਦੀਆਂ ਨੇ, ਛੋਟੀਆਂ ਰੋਡਸ ਹੁੰਦੀਆਂ ਨੇ, ਪ੍ਰਧਾਨ ਮੰਤਰੀ ਦੀ ਵੱਖ-ਵੱਖ ਯੋਜਨਾਵਾਂ ਦੇ ਤਹਿਤ ਤਿਆਰ ਰੋਡਸ ਹੁੰਦੀਆਂ ਨੇ, ਕਨੈਕਟਿੰਗ ਰੋਡਸ ਹੁੰਦੀਆਂ ਨੇ, ਜੋ ਕਿ ਪਿੰਡਾਂ ਕਸਬਿਆਂ ਦੇ ਨਾਲ ਵੱਡੇ ਸਟੇਟ ਜਾਂ ਨੈਸ਼ਨਲ ਹਾਈਵੇਜ਼ ਨੂੰ ਕਨੈਕਟ ਕਰਦੀਆਂ ਨੇ। ਉਸ ਦੇ ਉੱਤੇ ਜਿਹੜਾ ਅਨੁਪਾਤ ਹੈ, ਯਾਨੀ ਕਿ ਕਿੰਨੇ % ਪਰਮਿਟ ਜਾਂ ਬੱਸਾਂ ਜਿਹੜੀਆਂ ਚੱਲਦੀਆਂ ਨੇ ਉਹ ਪ੍ਰਾਈਵੇਟ ਜਾਂ ਫਿਰ ਸਰਕਾਰੀ ਚੱਲਦੀਆਂ ਨੇ, ਉਹ ਤਕਰੀਬਨ ਉਲਟਾ ਹੋ ਜਾਂਦਾ ਹੈ। ਲਗਭਗ 60% ਜਿਹੜੀਆਂ ਬੱਸਾਂ ਹੁੰਦੀਆਂ ਨੇ ਉਹ ਪ੍ਰਾਈਵੇਟ ਆਪਰੇਟਰਾਂ ਵੱਲੋਂ ਇੱਥੇ ਚਲਾਈਆਂ ਜਾਣੀਆਂ ਹੁੰਦੀਆਂ ਨੇ, ਕਿਉਂਕਿ ਛੋਟੇ ਰੂਟ ਹੁੰਦੇ ਨੇ, ਇਹਨਾਂ ਵਿੱਚ ਮੁਨਾਫਾ ਘੱਟ ਹੁੰਦਾ ਹੈ ਤੇ ਮਹਿਜ਼ 40% ਜਿਹੜੀ ਲਾਇਬਿਲਿਟੀ ਹੈ, ਜ਼ਿੰਮੇਵਾਰੀ ਹੁੰਦੀ ਹੈ, ਉਹ ਸਟੇਟ ਟਰਾਂਸਪੋਰਟ ਜਾਂ ਫਿਰ ਪਬਲਿਕ ਟਰਾਂਸਪੋਰਟ ਦੀ ਹੁੰਦੀ ਹੈ। ਸੋ ਮੋٹے ਤੌਰ ਤੇ ਇਹ ਜਿਹੜਾ ਪੈਮਾਨਾ ਹੈ, ਫਾਰਮੂਲਾ ਹੈ, ਅਨੁਪਾਤ ਹੈ, ਇਸ ਨੂੰ ਮੇਨਟੇਨ ਕਰਕੇ ਚੱਲਣਾ ਪੈਂਦਾ ਹੈ ਕਿਸੇ ਵੀ ਸਰਕਾਰ ਨੂੰ। ਹੁਣ ਪੰਜਾਬ ਦੇ ਵਿੱਚ ਕੀ ਹੋਇਆ, ਜੋ ਅੱਜ ਦਿਨੇਸ਼ ਚੱਡਾ ਸ਼ੋਰ ਮਚਾ ਰਹੇ ਨੇ, ਇਹ ਕਈ ਸਾਲਾਂ ਤੋਂ ਕਈ ਆਪਰੇਟਰਾਂ ਵੱਲੋਂ ਵੀ ਰੌਲਾ ਪਾਇਆ ਗਿਆ। ਅਜਿਹੇ ਬਹੁਤ ਐਕਟਿਵਿਸਟ ਨੇ ਜਿਨ੍ਹਾਂ ਨੇ ਕਿ ਬੀਤੇ ਤਕਰੀਬਨ 1.5 ਦਹਾਕੇ ਤੋਂ ਇਹ ਸਾਰੀ ਗੱਲਾਂ ਬਾਤਾਂ ਉੱਤੇ ਸਵਾਲ ਚੁੱਕੇ ਨੇ। ਮੇਨ ਜਿਹੜੀ ਗੜਬੜ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਇਹ ਜਿਹੜੇ ਇੱਕ ਪਰਮਿਟ ਉੱਤੇ ਦਿੱਤੀਆਂ ਜਾਣ ਵਾਲੀਆਂ ਐਕਸਟੈਂਸ਼ਨਸ ਨੇ, ਇਹ ਗੈਰ ਕਾਨੂੰਨੀ ਨੇ। ਇਸ ਨੂੰ ਸਮਝਦੇ ਆ 1988 ਦੇ ਵਿੱਚ ਮੋਟਰ ਵਹੀਕਲ ਐਕਟ ਜਿਹੜਾ ਪੰਜਾਬ ਦੇ ਵਿੱਚ ਬਣਦਾ ਹੈ, ਉਸ ਤੋਂ ਬਾਅਦ 1990 ਦੇ ਵਿੱਚ ਜਿਹੜੀ ਸਕੀਮ ਹੈ, ओरिजिनल स्कीम है 1990 ਦੇ ਵਿੱਚ ਤਿਆਰ ਹੋ ਜਾਂਦੀ ਹੈ। ਇਸ ਸਕੀਮ ਦੇ ਤਹਿਤ ਹੀ ਅਲੱਗ-ਅਲੱਗ ਜਿਹੜੇ ਰੂਟਸ ਹੁੰਦੇ ਨੇ ਉਹਨਾਂ ਉੱਤੇ ਬੱਸਾਂ ਚੱਲਣੀਆਂ ਹੁੰਦੀਆਂ ਨੇ, ਜਿਨ੍ਹਾਂ ਵਿੱਚ ਉਹ ਜਿਹੜੀ ਰੇਸ਼ੋ ਹੈ ਉਸ ਨੂੰ ਫਿਕਸ ਕੀਤਾ ਜਾਂਦਾ ਹੈ। ਲੇਕਿਨ 1997 ਯਾਨੀ ਕਿ ਜਦੋਂ ਅਕਾਲੀ ਸਰਕਾਰ ਆਂਦੀ ਹੈ, ਅਕਤੂਬਰ 1997 ਦੇ ਵਿੱਚ ਉਸ 1990 ਦੀ ओरिजिनल ਸਕੀਮ ਦੇ ਵਿੱਚ ਪਹਿਲੀ ਅਹਿਮ ਮੋਡੀਫਿਕੇਸ਼ਨ ਤੇ ਤਰਮੀਮ ਕੀਤੀ ਜਾਂਦੀ ਹੈ ਤੇ ਇਸ ਤਰਮੀਮ ਨੂੰ ਸਮਝਣ ਦੀ ਲੋੜ ਹੈ। ਇਹੀ ਉਹ ਮੋਡੀਫਿਕੇਸ਼ਨ ਹੁੰਦੀ ਹੈ 1997 ਦੇ ਵਿੱਚ, ਇਸ ਤਹਿਤ ਕਿ ਇੱਕ ਬੁਨਿਆਦ ਰੱਖਤੀ ਜਾਂਦੀ ਹੈ, ਇੱਕ ਆਧਾਰਸ਼ਿਲਾ ਰੱਖਤੀ ਜਾਂਦੀ ਹੈ ਉਸ ਸੀਰੀਜ਼ ਦੀ, ਜਿਸ ਤਹਿਤ ਕਿ ਉਹ ਜਿਹੜੇ ਪਰਮਿਟਸ ਗ੍ਰਾਂਟ ਕੀਤੇ ਗਏ ਹੁੰਦੇ ਨੇ ਜਾਂ ਉਸ ਉੱਤੇ ਜਿਹੜੇ ਰੂਟਸ ਐਲੋਕੇਟ ਕੀਤੇ ਗਏ ਹੁੰਦੇ ਨੇ, ਉਹਨਾਂ ਦੇ ਵਿੱਚ 24 ਕਿਲੋਮੀਟਰ ਦੀ ਜਿਹੜੀ ਐਕਸਟੈਂਸ਼ਨ ਹੈ ਉਸ ਨੂੰ ਬੇਹਿਸਾਬੇ ਢੰਗ ਨਾਲ ਦਿੱਤਾ ਜਾ ਸਕਦਾ ਹੈ।
ਇੱਕ ਪੁਆਇੰਟ ਤੋਂ ਦੂਸਰੇ ਟਰਮਿਨੀ ਤੱਕ ਜਾਣ ਵਾਲੇ ਕਿਸੇ ਵੀ ਰੂਟ ਦੇ ਉੱਤੇ 24-24 ਕਿਲੋਮੀਟਰ ਦੀ ਅਲੱਗ-ਅਲੱਗ ਗੇੜ ਦੇ ਵਿੱਚ ਦਿੱਤੀ ਜਾਣ ਵਾਲੀਆਂ ਐਕਸਟੈਂਸ਼ਨਾਂ ਦਾ ਦੇ ਉੱਤੇ ਕੋਈ ਸੀਲਿੰਗ ਤੇ ਕੋਈ ਲਿਮਿਟ ਨਹੀਂ ਲਗਾਈ ਜਾਂਦੀ। ਇਹ ਇੱਕ ਸਕੀਮ ਹੁੰਦੀ ਹੈ, ਕਿਉਂਕਿ ਐਕਟ ਦੇ ਤਹਿਤ ਅਲੱਗ-ਅਲੱਗ ਸਕੀਮਾਂ ਹੁੰਦੀਆਂ ਨੇ ਤੇ ਉਸ ਜਿਹੜੀ 1990 ਦੀ ਓਰੀਜਨਲ ਸਕੀਮ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਅਕਾਲੀ ਸਰਕਾਰ 1997 ਦੇ ਵਿੱਚ ਕਰਦੀ ਹੈ। ਸੋ ਹੁਣ ਇੱਥੇ ਸਮਝਣ ਵਾਲਾ ਪੁਆਇੰਟ ਇਹ ਹੈ ਵੀ 1997 ਦੀ ਇਸ ਸਕੀਮ ਦੇ ਤਹਿਤ ਸੂਬੇ ਦੇ ਵਿੱਚ ਸਾਰੀਆਂ ਦੀ ਸਾਰੀਆਂ ਸੜਕਾਂ ਨੋਟੀਫਾਈ ਨੇ। ਕੋਈ ਸਟੇਟ ਹਾਈਵੇ ਹੈ, ਕੋਈ ਨੈਸ਼ਨਲ ਹਾਈਵੇ ਹੈ ਤੇ ਕੋਈ ਦੂਸਰੀਆਂ ਰੋਡਸ ਨੇ, ਕਨੈਕਟਿੰਗ ਰੋਡਸ ਨੇ। ਇਹਨਾਂ ਦੇ ਤਹਿਤ ਜਿੰਨੇ ਵੀ ਪਰਮਿਟ ਵੰਡੇ ਜਾਣੇ ਨੇ, ਯਾਨੀ ਕਿ ਪ੍ਰਾਈਵੇਟ ਪਰਮਿਟ ਕਿੰਨੇ ਵੰਡੇ ਜਾਣੇ ਨੇ ਤੇ ਸਟੇਟ ਅਥਾਰਟੀਜ਼ ਨੂੰ, ਪੰਜਾਬ ਰੋਡਵੇਜ਼, ਪੀਆਰਟੀਸੀ ਨੂੰ ਕਿੰਨੇ ਪਰਮਿਟ ਵੰਡੇ ਜਾਣੇ ਨੇ, ਉਹਨਾਂ ਦੀ ਪ੍ਰਪੋਰਸ਼ਨ ਤੇ ਰੇਸ਼ੋ ਤੈਅ ਹੈ। ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਇਹਨਾਂ ਐਕਸਟੈਂਸ਼ਨਾਂ ਨੂੰ ਦਿੱਤੇ ਜਾਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਉਸ ਤੋਂ ਬਾਅਦ ਮਹਿਕਮੇ ਦੀ ਰਲਗੜ ਦੇ ਨਾਲ, ਮਿਲੀ ਭੁਗਤ ਦੇ ਨਾਲ ਜਿਹੜੇ ਪ੍ਰਾਈਵੇਟ ਆਪਰੇਟਰਸ ਨੇ ਉਹ 24-24 ਕਿਲੋਮੀਟਰ ਦੀਆਂ ਐਕਸਟੈਂਸ਼ਨਸ ਲੈਣਾ ਸ਼ੁਰੂ ਕਰ ਦਿੰਦੇ ਨੇ। ਸ਼ੁਰੂਆਤੀ ਸਟੇਜ ਦੇ ਵਿੱਚ ਤਾਂ ਲੱਗਦਾ ਵੀ 24 ਕਿਲੋਮੀਟਰ ਦੀ ਐਕਸਟੈਂਸ਼ਨ ਇੱਕ ਜਾਇਜ਼ ਐਕਸਟੈਂਸ਼ਨ ਹੈ, ਕਿਉਂਕਿ ਇਸ ਦਾ ਮਤਲਬ ਇੱਕ ਟਰਮਿਨੀ ਤੋਂ ਦੂਸਰੀ ਟਰਮਿਨੀ ਦੇ ਵਿੱਚ ਇੱਕ ਡਾਇਵਰਜਨ ਦਾ ਵੀ ਹੋ ਸਕਦਾ, ਤਾਂ ਕਿਸੇ ਵੀ ਟਰਮਿਨੀ ਦੇ ਹੋਰ ਉਸ ਨੂੰ ਵਾਇਬਲ ਰੂਟ ਬਣਾਉਣ ਲਈ ਇੱਕ 24 ਕਿਲੋਮੀਟਰ ਦੀ ਐਕਸਟੈਂਸ਼ਨ ਕਿਸੇ ਵੀ ਟੇਲ ਐਂਡ ਪੁਆਇੰਟ ਤੇ ਰੱਖੀ ਜਾ ਸਕਦੀ ਹੈ। ਲੇਕਿਨ ਐਵੇਂ ਨਹੀਂ ਹੁੰਦਾ। ਇਸ ਪੂਰੀ ਦੇ ਪੂਰੀ ਤਰਮੀਮ ਕਰਨ ਦਾ 1997 ਦੀ ਬਾਦਲ ਸਰਕਾਰ ਦੇ ਕਾਰਜਕਾਲ ਦੇ ਵਿੱਚ ਇਸ ਮੋਡੀਫਿਕੇਸ਼ਨ ਦਾ ਮਕਸਦ ਕੁਝ ਹੋਰ ਹੁੰਦਾ ਹੈ, ਜਿਸ ਤਹਿਤ ਕਿ ਟਰਾਂਸਪੋਰਟਰਾਂ ਨੂੰ, ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਦਾ ਇੱਕ ਸਿਲਸਿਲਾ ਜਿਹੜਾ ਹੈ ਉਸ ਨੂੰ ਸ਼ੁਰੂ ਕਰਤਾ ਜਾਂਦਾ ਹੈ। ਇਹ ਸਿਲਸਿਲਾ ਆਉਣ ਵਾਲੇ ਕਈ ਸਾਲਾਂ ਤੱਕ ਬੇਰੋਕ ਟੋਕ ਚੱਲਣਾ ਹੁੰਦਾ ਹੈ। ਉਸ ਤੋਂ ਬਾਅਦ 2007 ਦੇ ਵਿੱਚ ਬਾਦਲ ਸਰਕਾਰ ਦੁਬਾਰਾ ਆਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਦੀ 2002 ਤੋਂ 2007 ਦੀ ਜਿਹੜੀ ਸਰਕਾਰ ਹੈ ਉਹ ਵੀ ਇਸ ਪਾਲਿਸੀ ਦੇ ਵਿੱਚ ਜਿਹੜੀ ਹੈ ਟਵੀਕਿੰਗ ਸ਼ੁਰੂ ਹੋ ਚੁੱਕੀ ਹੁੰਦੀ ਹੈ, ਉਸ ਨੂੰ ਰੋਕ ਨਹੀਂ ਪਾਉਂਦੀ। 2007 ਤੋਂ ਬਾਅਦ ਜਿਹੜੀ ਬਾਦਲ ਸਰਕਾਰ ਨੂੰ ਦੁਬਾਰਾ ਟਰਮ ਮਿਲਦੀ ਹੈ, ਉਸ ਦੇ ਵਿੱਚ 2011 ਦੇ ਵਿੱਚ ਇੱਕ ਬਹੁਤ ਹੀ ਹੋਰ ਅਹਿਮ ਬਦਲਾਅ ਕੀਤਾ ਜਾਂਦਾ ਹੈ, ਕਿਉਂਕਿ ਦੱਸਦੇ ਵੀ 1997 ਦੀ ਇਸ ਸਕੀਮ ਦੇ ਤਹਿਤ ਕੀਤਾ ਗਿਆ ਇਹ ਜਿਹੜਾ ਬਦਲਾਅ ਹੈ, ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਨੇ। ਕਈ ਕੋਰਟਾਂ ਦੇ ਵਿੱਚ ਪਟੀਸ਼ਨਾਂ ਲੱਗ ਚੁੱਕੀਆਂ ਹੁੰਦੀਆਂ ਨੇ। ਬਹੁਤ ਸੇ ਜਿਹੜੇ ਟਰਾਂਸਪੋਰਟਰਸ ਹੁੰਦੇ ਨੇ ਉਹ ਵੀ ਕੋਰਟਾਂ ਦੇ ਵਿੱਚ ਪਹੁੰਚ ਚੁੱਕੇ ਹੁੰਦੇ ਨੇ ਤੇ ਜਿਹੜੇ ਪੀੜਤ ਜਾਂ ਪ੍ਰਭਾਵਿਤ ਪੱਖ ਹੁੰਦੇ ਨੇ ਉਹਨਾਂ ਵੱਲੋਂ ਵੀ ਅਦਾਲਤ ਦਾ ਰੁਖ ਕਰ ਲਿਆ ਗਿਆ ਹੁੰਦਾ ਹੈ। ਸੋ ਆਪਣੀ ਉਸ ਕਾਰਵਾਈ ਨੂੰ ਤੇ 1997 ਦੀ ਉਸ ਨੀਤੀ ਜਿਸ ਤਹਿਤ ਕਿ 2007 ਤੋਂ ਲੈ ਕੇ 2011 ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੇ ਪੱਧਰ ਦੀਆਂ ਐਕਸਟੈਂਸ਼ਨਾਂ ਇਹਨਾਂ ਰੂਟਸ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ, ਉਹ ਬੱਸਾਂ ਜੋ ਕਿ ਸੁਖਬੀਰ ਸਿੰਘ ਬਾਦਲ ਜਾਂ ਫਿਰ ਉਹਨਾਂ ਦੀ ਕੰਪਨੀ ਵੱਲੋਂ ਰਨ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ, ਖਾਸ ਕਰਕੇ ਉਹਨਾਂ ਬੱਸਾਂ ਦੇ ਵਿੱਚ ਉਹਨਾਂ ਦੇ ਰੂਟਸ ਦੇ ਵਿੱਚ ਜਿਹੜੀ ਐਕਸਟੈਂਸ਼ਨ ਹੁੰਦੀ ਹੈ ਉਹ ਇੱਕ ਬਹੁਤ ਹੀ ਵੱਡੇ ਪੱਧਰ ਦੀ ਵੇਖੀ ਜਾਂਦੀ ਹੈ ਤੇ ਅਲੱਗ-ਅਲੱਗ ਜਿਹੜੇ ਟਰਾਂਸਪੋਰਟਰਸ ਜੋ ਕਿ ਐਫੀਲੀਏਟਡ ਹੁੰਦੇ ਨੇ, ਕਿਸੇ ਤਰੀਕੇ ਨਾਲ ਅਲਾਈਡ ਹੁੰਦੇ ਨੇ ਜਾਂ ਫਿਰ ਕਹਿ ਲਈਏ ਵੀ ਸਰਕਾਰੀ ਪੱਖ ਦੇ ਨਾਲ ਥੋੜਾ ਜਿਹਾ ਖੜੇ ਹੁੰਦੇ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ 2011 ਤੱਕ ਇਹ ਸਿਲਸਿਲਾ ਬਦਸਤੂਰ ਚੱਲਦਾ ਹੈ ਤੇ ਹੋਰ ਧੜੱਲੇ ਨਾਲ ਜਿਹੜਾ ਬਿਜ਼ਨਸ ਹੈ ਜਾਂ ਜਿਹੜਾ ਟਰਾਂਸਪੋਰਟ ਦਾ ਮਾਫੀਆ ਹੈ ਉਹ ਕੰਮ ਕਰਨਾ ਜਾਰੀ ਰੱਖਦਾ ਹੈ। ਲੇਕਿਨ 2011 ਦੇ ਵਿੱਚ ਸਰਕਾਰ ਕੀ ਕਰਦੀ ਹੈ, ਇੱਕ ਸਕੀਮ ਉਹੀ 1997 ਦੀ ਸਕੀਮ, ਯਾਨੀ ਕਿ ਓਰੀਜਨਲ ਸਕੀਮ ਤਾਂ 1990 ਦੀ ਸੀ, 1997 ਦੇ ਵਿੱਚ ਉਹਦੇ ਵਿੱਚ ਮੋਡੀਫਿਕੇਸ਼ਨ ਕੀਤੀ ਗਈ। ਲੇਕਿਨ 2011 ਦੇ ਵਿੱਚ ਜਦੋਂ ਪਤਾ ਹੁੰਦਾ ਵੀ ਅਗਲਾ ਸਾਲ 2012 ਉਸ ਦੌਰਾਨ ਸਰਕਾਰ ਜਾ ਸਕਦੀ ਹੈ, ਤਾਂ ਆਪਣੇ तमाम ਬੀਤੇ ਤਕਰੀਬਨ 10-15 ਸਾਲਾਂ ਤੋਂ ਜਿਹੜੀ ਵੀ ਪੁੱਠੀਆਂ ਸਿੱਧੀਆਂ ਇਹ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਹੁੰਦੀਆਂ ਨੇ, ਇਹਨਾਂ ਨੂੰ ਦੁਰਸਤ ਕਰਨ ਦੇ ਮਕਸਦ ਤੇ ਮੰਤਵ ਦੇ ਨਾਲ ਇੱਕ ਨਵੀਂ ਮੋਡੀਫਿਕੇਸ਼ਨ ਤੇ ਇੱਕ ਸੋਧ ਹੈ ਉਸ ਪਾਲਿਸੀ ਦੇ ਵਿੱਚ ਕੀਤੀ ਜਾਂਦੀ ਹੈ, ਉਸ ਸਕੀਮ ਦੇ ਵਿੱਚ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਕਿ ਕਹਿਤਾ ਜਾਂਦਾ ਹੈ ਵੀ ਉਸ ਤਰੀਕ ਤੱਕ ਯਾਨੀ 2011 ਸਾਲ ਤੱਕ ਜਿੰਨੇ ਵੀ ਪੁਰਾਣੇ ਪਰਮਿਟ ਚੱਲਦੇ ਪਏ ਨੇ ਤੇ ਐਕਸਟੈਂਸ਼ਨਾਂ ਜਿਹੜੀਆਂ ਜਾਰੀ ਹੈਗੀਆਂ ਨੇ ਉਹ ਵੈਲਿਡ ਨੇ ਤੇ ਅੱਗੇ ਗਾਹਾਂ ਲਈ ਉਹ ਚੀਜ਼ਾਂ ਦਾ ਧਿਆਨ ਰੱਖਿਆ ਜਾਏਗਾ। ਲੇਕਿਨ ਪੁਰਾਣੇ ਸਾਰੇ ਦੇ ਸਾਰੇ ਪਰਮਿਟ ਜਾਂ ਫਿਰ ਉਹਨਾਂ ਦੀਆਂ ਐਕਸਟੈਂਸ਼ਨਾਂ ਉਵੇਂ ਹੀ ਸਟੇਟਸ ਕੋ ਸਟੇ ਕਰੇਗਾ, ਯਾਨੀ ਕਿ ਉਹਨਾਂ ਉੱਤੇ ਕੋਈ ਅਸਰ ਨਹੀਂ ਪਏਗਾ। ਇਹ ਸਾਰੀ ਜਿਹੜੀ ਗੱਲਬਾਤ ਨਵੀਂ ਪਾਲਿਸੀ ਦੇ ਤਹਿਤ ਹੁੰਦੀ ਹੈ, ਇਹ ਆਪਣੇ ਬੀਤੇ ਤਕਰੀਬਨ 1.5-2 ਦਹਾਕੇ ਦੀ ਕਾਰਗੁਜ਼ਾਰੀ ਜਾਂ ਜਿਹੜੇ ਮੁਨਾਫਿਕਖੋਰੀ, ਗਲਤ ਤਰੀਕੇ ਨਾਲ ਦਿੱਤੀਆਂ ਹੋਈਆਂ ਐਕਸਟੈਂਸ਼ਨਸ, ਰੂਲਸ, ਪਾਲਿਸੀ, ਐਕਟ ਦੀਆਂ ਧੱਜੀਆਂ ਉਡਾ ਕੇ ਇਹ ਜਿਹੜੀ ਮੁਨਾਫਿਕਖੋਰੀ ਕੀਤੀ ਗਈ ਹੁੰਦੀ ਹੈ, ਉਸ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਵੀ ਹੁੰਦੀ ਹੈ ਤੇ ਉਸ ਉੱਤੇ ਇੱਕ ਸੇਫ ਕਵਰ ਲੈਣ ਦੀ ਕੋਸ਼ਿਸ਼ ਵੀ ਹੁੰਦੀ ਹੈ। ਇਸ ਤੋਂ ਬਾਅਦ ਸਾਲ 2012 ਆ ਜਾਂਦਾ ਹੈ ਤੇ ਇਹ ਦੱਸਦੀ ਵੀ 1990 ਦੀ ਪਈ ਇੱਕ ਪੁਰਾਣੀ ਜਿਹੜੀ ਰਿਟ ਪਟੀਸ਼ਨ ਹੁੰਦੀ ਹੈ ਤੇ ਉਸ ਦੇ ਨਾਲ ਤਕਰੀਬਨ ਦਰਜਨਾਂ ਦੀ ਗਿਣਤੀ ਦੇ ਵਿੱਚ, ਉਹਦਾ ਹਿਸਾਬ ਕਿਤਾਬ ਨਹੀਂ, ਸ਼ਾਇਦ 50 ਤੋਂ ਵੀ ਜ਼ਿਆਦਾ ਰਿਟ ਪਟੀਸ਼ਨਾਂ ਦਾ ਮੈਂ ਜ਼ਿਕਰ ਕਰ ਰਿਹਾ। ਉਹ ਸਾਰੀਆਂ ਪਟੀਸ਼ਨਸ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਸੂਰਯਕਾਂਤ ਦੀ ਅਦਾਲਤ ਵੱਲੋਂ ਟੇਕਅਪ ਕਰ ਲਿਆ ਜਾਂਦਾ ਹੈ। ਇਹ ਕੇਸ ਜਿਹੜਾ ਹੁੰਦਾ ਹੈ ਇਹ ਵਿਜੰਤ ਟਰੈਵਲਸ ਵਰਸਸ ਸਟੇਟ ਆਫ ਪੰਜਾਬ ਹੁੰਦਾ ਹੈ, ਜਿਸ ਵਿੱਚ ਕਿ ਇਹਨਾਂ ਪੁਆਇੰਟਸ, ਇਹਨਾਂ ਮੂਟ ਪੁਆਇੰਟਸ ਦੇ ਉੱਤੇ ਹੀ ਚੁਣੌਤੀ ਦਿੱਤੀ ਗਈ ਹੁੰਦੀ ਹੈ। ਰਾਜ ਸਰਕਾਰ ਦੀ ਉਹ ਜਿਹੜੀ ਸਕੀਮਾਂ ਆਈਆਂ ਨੇ ਜਿਸ ਤਹਿਤ ਕਿ 24 ਕਿਲੋਮੀਟਰ ਦੀ ਐਕਸਟੈਂਸ਼ਨਾਂ ਨਜਾਇਜ਼ ਤਰੀਕੇ ਨਾਲ ਇੱਕ ਤੋਂ ਬਾਅਦ ਇੱਕ ਬੇਹਿਸਾਬੀ ਐਕਸਟੈਂਸ਼ਨਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ, ਉਸ ਨੂੰ ਚੁਣੌਤੀ ਦਿੱਤੀ ਗਈ ਹੁੰਦੀ ਹੈ। ਪੰਜਾਬ ਅਤੇ ਹਰਿਆਣਾ ਦੇ ਮੁਤਲਕ ਕਈ ਐਸੀਆਂ ਪਟੀਸ਼ਨਸ ਆਈਆਂ ਹੁੰਦੀਆਂ ਨੇ, ਕਿਉਂਕਿ ਪੰਜਾਬ ਦੇ ਮੁਤਲਕ ਕਈ ਐਸਪੈਕਟਸ ਹੁੰਦੇ ਨੇ, ਕਿਉਂਕਿ ਬਹੁਤ ਬੰਚ ਆਫ ਰਿਟ ਪਟੀਸ਼ਨ ਨੂੰ ਜਦੋਂ ਹਾਈ ਕੋਰਟ ਡੀਲ ਕਰਦਾ ਹੈ ਉਸ ਦੇ ਵਿੱਚ ਸਭ ਤੋਂ ਅਹਿਮ ਜਿਹੜਾ ਫੈਸਲਾ
2012 ਦੇ ਵਿੱਚ ਜਸਟਿਸ ਜਿਹੜੇ ਹੈਗੇ ਨੇ ਸੂਰੇਕਾਂਤ, ਉਹਨਾਂ ਦੀ ਅਦਾਲਤ ਵੱਲੋਂ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਉਹ ਜਿੰਨੇ ਵੀ ਪਰਮਿਟ ਜਿਹੜੇ ਸਾਲ 1997 ਦੇ ਵਿੱਚ ਸੋਧ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਐਕਸਟੈਂਸ਼ਨਾਂ ਦਿੱਤੀਆਂ ਗਈਆਂ, ਉਹ ਸਾਰੀ ਦੀ ਸਾਰੀ ਐਕਸਟੈਂਸ਼ਨਾਂ ਨੂੰ ਉਹ ਰੱਦ ਕਰ ਦਿੰਦੇ ਨੇ, ਯਾਨੀ ਕਿ ਨਲ ਐਂਡ ਵਾਇਡ ਤੇ ਇਲੀਗਲ ਕਰਾਰ ਦਿੱਤਾ ਜਾਂਦਾ ਹੈ ਸਾਲ 2012 ਦੇ ਵਿੱਚ। ਇਸ ਤੋਂ ਇਲਾਵਾ ਇੱਕ ਪੰਜਾਬ ਦੇ ਵਿੱਚ ਇੱਕ ਪੰਜਾਬ ਮਿਨੀ ਬੱਸ ਸਕੀਮ ਲਾਂਚ ਕਰਤੀ ਗਈ ਹੁੰਦੀ ਹੈ ਬਾਦਲ ਸਰਕਾਰ ਦੇ ਵਕਤ। ਇਸ ਦਾ ਮਕਸਦ ਵੀ ਇੱਕ ਟੇਢੇ ਤਰੀਕੇ ਨਾਲ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣਾ ਹੀ ਹੁੰਦਾ ਹੈ। ਅਦਾਲਤ ਸਵਾਲ ਖੜਾ ਇਹ ਕਰਦੀ ਹੈ ਵੀ ਜਦੋਂ ਤੁਸੀਂ ਸਾਰੇ ਦੇ ਸਾਰੇ ਰੂਟਸ ਨੋਟੀਫਾਈ ਕਰ ਰੱਖੇ ਨੇ, ਨੈਸ਼ਨਲ ਹਾਈਵੇ, ਸਟੇਟ ਹਾਈਵੇ, ਜਿਹੜੀ ਇੰਟਰਨਲ ਰੋਡਸ ਜਾਂ ਜਿਹੜੇ ਸੈਕਸ਼ਨਸ ਹੈਗੇ ਨੇ, ਉਹਨਾਂ ਦੇ ਉੱਤੇ ਤੁਸੀਂ ਕੋਟੇ ਫਿਕਸ ਕਰ ਰੱਖੇ ਨੇ, ਅਨੁਪਾਤ ਫਿਕਸ ਹੋ ਰੱਖਿਆ ਹੈ, ਬੱਸਾਂ ਤੈਅ ਹੋ ਰੱਖੀਆਂ ਨੇ ਵੀ ਕਿੱਥੇ ਰੋਡਵੇਜ਼ ਦੀ ਬੱਸ ਨੇ ਚੱਲਣਾ ਹੈ, ਕਿੱਥੇ ਪ੍ਰਾਈਵੇਟ ਨੇ ਬੱਸ ਨੇ ਚੱਲਣਾ ਹੈ। ਇੱਕ ਪਾਸੇ ਤਾਂ ਤੁਸੀਂ ਗਲਤ ਐਕਸਟੈਂਸ਼ਨਾਂ ਦੇ ਰਹੇ ਹੋ, ਰੂਟਸ ਦੇ ਨੂੰ ਲੰਬਾ ਕਰੇ ਜਾ ਰਹੇ ਹੋ, ਤੇ ਦੂਸਰੇ ਪਾਸੇ ਤੁਸੀਂ ਪ੍ਰਾਈਵੇਟ ਤੇ ਜਿਹੜੀ ਮਿਨੀ ਬੱਸਸ ਨੇ ਉਹਨਾਂ ਨੂੰ ਚਲਾਉਣ ਦਾ ਕੀ ਤੁਕ ਹੈ, ਤੇ ਉਹਨਾਂ ਲਈ ਜੇ ਵੱਖਰੇ ਪਰਮਿਟ ਦੇਣੇ ਹੈਗੇ ਤਾਂ ਫਿਰ ਤੁਸੀਂ ਪਰਮਿਟ ਕਿਉਂ ਨਹੀਂ ਵਧਾ ਦਿੰਦੇ। ਅਦਾਲਤ ਬਾਰ-ਬਾਰ ਇਸ ਪੁਆਇੰਟ ਤੇ ਫੋਕਸ ਕਰਦੀ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਐਕਸਟੈਂਸ਼ਨਾਂ ਰੂਟਸ ਦੇ ਉੱਤੇ ਇੰਨੀਆਂ ਦਿੱਤੀਆਂ ਜਾਣੀਆਂ ਨੇ ਤਾਂ ਫਿਰ ਪਰਮਿਟਾਂ ਦੇ ਵਿੱਚ ਵਾਧਾ ਕਿਉਂ ਨਹੀਂ ਕੀਤਾ ਜਾਂਦਾ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਤੇ ਇਹੀ ਪੁਆਇੰਟ ਜੜ ਵੀ ਹੈ ਇਸ ਪੂਰੇ ਦੇ ਪੂਰੇ ਗੋਰਖਧੰਦੇ ਦੀ, ਇਸ ਪੂਰੇ ਦੇ ਪੂਰੇ ਟਰਾਂਸਪੋਰਟ ਮਾਫੀਆ ਦੇ ਆਪਰੇਸ਼ਨ ਦੀ। ਕਿਉਂਕਿ ਸਵਾਲ ਇਹੀ ਪੈਦਾ ਹੁੰਦਾ ਹੈ ਵੀ ਜੇ ਪਰਮਿਟ ਵਧਾਤੇ ਜਾਣਗੇ ਤਾਂ ਵਧਣ ਵਾਲੇ ਇੱਕ ਪਰਮਿਟ ਦੇ ਪਿੱਛੇ 2 ਜਾਂ 3 ਪਰਮਿਟ ਜਿਹੜੇ ਨੇ ਉਹ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਵੀ ਵਧਾਣੇ ਪੈਣਗੇ। ਯਾਨੀ ਕਿ ਜੇ ਇੱਕ ਪ੍ਰਾਈਵੇਟ ਆਪਰੇਟਰ ਦਾ ਪਰਮਿਟ ਵਧਾਇਆ ਜਾਂਦਾ ਹੈ, ਇਸ ਚੀਜ਼ ਨੂੰ ਧਿਆਨ ਵਿੱਚ, ਕਿਉਂਕਿ ਇਹ ਸੂਬਾ ਸਰਕਾਰ, ਰਾਜ ਸਰਕਾਰ ਜਾਂ ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਅਧਿਕਾਰ ਖੇਤਰ ਹੈ ਵੀ ਜੇ ਉਸ ਨੂੰ ਲੱਗਦਾ ਹੈ ਵੀ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਸ ਦੀ ਲੋੜ ਹੈ, ਉੱਥੇ ਇੱਕ ਰੂਟ ਬਣਾਉਣ ਦੀ ਲੋੜ ਹੈ ਜਾਂ ਉੱਥੇ ਇੱਕ ਪਰਮਿਟ ਦੇਣ ਦੀ ਲੋੜ ਹੈ, ਉਹ ਆਪਣੀ ਸਮਰੱਥਾ ਨੂੰ ਇਸਤੇਮਾਲ ਕਰਦਿਆਂ ਹੋਇਆ ਉਸ ਨੂੰ ਬਹੁਤ ਸੌਖੇ ਤਰੀਕੇ ਨਾਲ ਇੱਕ ਪਰਮਿਟ ਜਾਂ ਇੱਕ ਰੂਟ ਦੀ ਸ਼ਕਲ ਦੇ ਵਿੱਚ ਉਸ ਦੇ ਵਿੱਚ ਵਾਧਾ ਦਾ ਕਰ ਸਕਦਾ ਹੈ। ਲੇਕਿਨ ਰੌਲਾ ਇੱਥੇ ਪੈ ਜਾਂਦਾ ਹੈ ਕਿ ਜਦੋਂ ਤੁਸੀਂ ਇੱਕ ਪਰਮਿਟ ਵਧਾਉਂਦੇ ਹੋ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਤੁਹਾਨੂੰ ਉਸ ਦੇ ਨਾਲ ਘੱਟੋ ਘੱਟ 2 ਜਾਂ ਕਈ ਕੇਸਿਸ ਦੇ ਵਿੱਚ 3 ਪਰਮਿਟ ਵੀ ਉਹਨਾਂ ਰੂਟਸ ਉੱਤੇ ਵਧਾਣੇ ਪੈਣਗੇ ਤੇ ਨਾਲ ਇਹ ਵੀ ਵੇਖਣਾ ਪਏਗਾ ਵੀ ਉਹਨਾਂ ਰੂਟਸ ਦੇ ਉੱਤੇ ਪਹਿਲਾਂ ਕੋਈ ਸਰਕਾਰੀ ਬੱਸ ਚੱਲ ਤਾਂ ਨਹੀਂ ਰਹੀ। ਸੋ ਇਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੋਏ ਸਮਝ ਵਿੱਚ ਇਹ ਆਇਆ 2012 ਦੇ ਇਸ ਜਜਮੈਂਟ ਦੇ ਵਿੱਚ ਜਿਹੜੇ ਜਸਟਿਸ ਸੂਰੇਕਾਂਤ ਉਹਨਾਂ ਨੇ ਸਪਸ਼ਟ ਤੌਰ ਤੇ ਕੀਤਾ ਵੀ ਇਹ ਖੁੱਲੀ ਲੁੱਟ ਸੀ। ਇਹ ਪੂਰੇ ਦੇ ਪੂਰੇ ਰੂਲਸ ਦੀ, ਮੋਟਰ ਵਹੀਕਲ ਐਕਟ ਦੀ ਤੇ ਆਪਣੀ ਹੀ ਸਕੀਮਾਂ ਦੀ ਧੱਜੀਆਂ ਸਰਕਾਰਾਂ ਨੇ ਉਡਾਈਆਂ ਨੇ। ਇਹ ਬਹੁਤ ਹੀ ਵੱਡੇ ਪੱਧਰ ਦਾ ਇੱਕ ਨੈਕਸਸ ਸੀ ਜਿਹੜਾ ਚੱਲਦਾ ਪਿਆ ਤੇ ਇਸ ਦੇ ਵਿੱਚ ਪ੍ਰਾਈਵੇਟ ਆਪਰੇਟਰਾਂ ਨੂੰ ਸਿੱਧੇ ਤਰੀਕੇ ਨਾਲ ਫਾਇਦਾ ਸਰਕਾਰ ਪਹੁੰਚਾਉਣ ਦੀ ਨੀਅਤ ਦੇ ਨਾਲ ਇਹ ਕੰਮ ਕਰਦੀ ਰਹੀ ਹੈ। ਇਸ ਤਰੀਕੇ ਦਾ ਆਰਡਰ 2012 ਦੇ ਵਿੱਚ ਆਇਆ ਸੀ। ਸੋ ਮਾਨਯੋਗ ਕੋਰਟ ਨੇ ਤਾਂ ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਤਾ। ਹੁਣ ਅੱਗੇ ਸੁਣਦੇ ਕੀ ਹੋਇਆ। ਹੁਣ ਇਹ ਫੈਸਲਾ ਤਾਂ ਹਾਈ ਕੋਰਟ ਵੱਲੋਂ ਆ ਗਿਆ, ਲੇਕਿਨ ਇਸ ਤੋਂ ਬਾਅਦ ਹੁਣ ਅੱਗੇ ਤੁਸੀਂ ਜੋ ਸਮਝੋਗੇ ਬੀਤੇ 9.5 ਜਾਂ 9 ਸਾਲਾਂ ਦੇ ਵਿੱਚ ਜਿਸ ਤਰੀਕੇ ਦਾ ਗੋਰਖ ਧੰਦਾ ਜਾਂ ਘੁਟਾਲਾ, ਮੈਂ ਤਾਂ ਇਹ ਕਹਾਂਗਾ ਸਿੱਧੇ ਤਰੀਕੇ ਨਾਲ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਆਫਿਸ ਨੇ ਮਿਲ ਕੇ ਕੀਤਾ ਇਹਨਾਂ ਪ੍ਰਾਈਵੇਟ ਆਪਰੇਟਰਸ ਦੇ ਨਾਲ, ਉਸ ਦੀ ਕੋਈ ਵੀ ਮਿਸਾਲ ਸ਼ਾਇਦ ਦੇਸ਼ ਦੇ ਵਿੱਚ ਸਾਨੂੰ ਲੱਭਣ ਨੂੰ ਨਾ ਮਿਲੇ। ਕਿਉਂਕਿ ਸੁਪਰੀਮ ਕੋਰਟ ਦਾ ਉਹ ਆਰਡਰ 2012 ਦਾ ਜਿਸ ਨੂੰ ਕਿ ਕੁਝ ਆਪਰੇਟਰਸ ਨੇ ਚੁਣੌਤੀ ਦਿੱਤੀ ਸੀ ਕਿ ਐਸਐਲਪੀ ਫਾਈਲ ਕਰਤੀ ਗਈ ਸੀ, ਮਿਨੀ ਬੱਸ ਜਿਹੜੇ ਆਪਰੇਟਰਸ ਵਾਲਾ ਜਿਹੜਾ ਫੈਸਲਾ ਸੀ ਉਸ ਦੇ ਵਿੱਚ ਮਿਨੀ ਬੱਸ ਜਿਹੜੇ ਆਪਰੇਟਰਸ ਵਾਲੇ ਸੀ ਉਹ ਤਾਂ ਸੁਪਰੀਮ ਕੋਰਟ ਪਹੁੰਚ ਗਏ, ਲੇਕਿਨ ਪੰਜਾਬ ਸਰਕਾਰ ਆਪਣੇ ਖਿਲਾਫ ਆਏ ਉਸ 2012 ਦੇ ਫੈਸਲੇ ਨੂੰ ਲੈ ਕੇ ਕਦੇ ਵੀ ਐਸਐਲਪੀ ਉਸਨੇ ਫਾਈਲ ਨਹੀਂ ਕੀਤੀ। ਸੋ ਪੰਜਾਬ ਸਰਕਾਰ ਨੇ ਕਦੇ ਵੀ ਉਸ ਜਸਟਿਸ ਸੂਰੇਕਾਂਤ ਦੇ ਫੈਸਲੇ ਨੂੰ ਚੈਲੰਜ ਨਹੀਂ ਕੀਤਾ। ਇਟ ਮੀਨਸ ਕਿ ਪੰਜਾਬ ਸਰਕਾਰ ਇਹ ਮੰਨਦੀ ਸੀ ਵੀ ਰੂਟਸ ਦੇ ਉੱਤੇ ਜਿਹੜੀਆਂ ਗਲਤ ਤਰੀਕੇ ਨਾਲ ਐਕਸਟੈਂਸ਼ਨਸ ਦਿੱਤੀਆਂ ਗਈਆਂ ਨੇ ਇਹ ਗਲਤ ਹੈਗੀਆਂ ਨੇ। ਇਟ ਮੀਨਸ ਪ੍ਰਿੰਸੀਪਲੀ ਉਹ ਐਗਰੀਡ ਸੀ, ਉਹ ਕੋਰਟ ਦੇ ਵਿੱਚ ਨਹੀਂ ਜਾਂਦੇ, ਲੇਕਿਨ ਮਿਨੀ ਆਪਰੇਟਰਸ ਚਲੇ ਜਾਂਦੇ ਨੇ। ਤੇ 2016 ਦੇ ਵਿੱਚ ਉਹਨਾਂ ਵੱਲੋਂ ਜਿਹੜੀ ਪਟੀਸ਼ਨ ਪਾਈ ਹੁੰਦੀ ਹੈ ਉਸ ਨੂੰ ਕੁਆਸ਼ ਕਰਤਾ ਜਾਂਦਾ ਹੈ ਸੁਪਰੀਮ ਕੋਰਟ ਵੱਲੋਂ। ਯਾਨੀ ਸੁਪਰੀਮ ਕੋਰਟ ਕਹਿ ਦਿੰਦਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਹੇਠਲੀ ਅਦਾਲਤ ਵਿੱਚ ਜਾਓ। 2018 ਆ ਜਾਂਦਾ। ਇਸ ਤੋਂ ਬਾਅਦ 2016 ਤੱਕ ਤਾਂ ਇਸ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਸ ਨੂੰ ਕੋਈ ਵੀ ਲਾਗੂ ਕਰਨ ਦੀ ਪੰਜਾਬ ਦੇ ਵਿੱਚ ਸੋਚਦਾ ਹੀ ਨਹੀਂ। ਸਮਝਿਆ ਜਾਂਦਾ ਮੋٹے-ਮੋٹے ਤੌਰ ਤੇ ਮਹਿਕਮਾ ਤੇ ਪੰਜਾਬ ਦਾ ਜਿਹੜਾ ਟਰਾਂਸਪੋਰਟ ਮਹਿਕਮਾ ਤੇ ਜਿਹੜੀ ਸਰਕਾਰ ਹੁੰਦੀ ਹੈ ਉਸ ਨੂੰ ਮੋٹے-ਮੋٹے ਤੌਰ ਤੇ ਐਵੇਂ ਇੰਟਰਪ੍ਰੀਟ ਕਰਦੀ ਵੀ ਸ਼ਾਇਦ ਮਾਮਲਾ ਅਦਾਲਤਾਂ ਦੇ ਵਿੱਚ ਚਲਾ ਗਿਆ ਹੈ। ਬੇਸ਼ੱਕ ਮਿਨੀ ਆਪਰੇਟਰਸ ਗਏ ਨੇ, ਲੇਕਿਨ ਐਕਸਟੈਂਸ਼ਨਾਂ ਦੇ ਮੁੱਦੇ ਉੱਤੇ ਆਪਾਂ ਕੋਈ ਫੈਸਲਾ ਅਦਾਲਤ ਦੇ ਫੈਸਲੇ ਤੋਂ ਬਾਅਦ ਹੀ ਲਾਂਗੇ। ਲੇਕਿਨ 2018 ਦੇ ਵਿੱਚ ਜਸਟਿਸ ਸੂਰੇਕਾਂਤ ਹੀ ਜਦੋਂ ਕਿ ਸੁਪਰੀਮ ਕੋਰਟ ਦੇ ਵੀ ਜੱਜ ਬਣ ਚੁੱਕੇ ਹੁੰਦੇ ਨੇ, ਉਹਨਾਂ ਦੀ ਹੀ ਅਦਾਲਤ ਵਿੱਚ ਇਹ ਕੇਸ ਦੁਬਾਰਾ ਚਲਾ ਜਾਂਦਾ ਹੈ। ਉਸ ਦੌਰਾਨ ਇਹ ਸਾਫ਼ ਉਹਨਾਂ ਵੱਲੋਂ ਆਰਡਰ ਕਰਤਾ ਜਾਂਦਾ ਹੈ ਵੀ ਜਿਹੜਾ ਉਹਨਾਂ ਦਾ 2012 ਦਾ ਫੈਸਲਾ ਸੀ ਉਹ ਬਿਲਕੁਲ ਸਹੀ ਸੀ। ਕਿਸੇ ਵੀ ਸਟੇਜ ਤੇ ਉਸ ਫੈਸਲੇ ਨੂੰ ਉਹ ਨਿਰਸਤ ਕਿਸੇ ਵੀ ਅਦਾਲਤ ਨੇ ਨਹੀਂ ਕੀਤਾ ਹੁੰਦਾ। ਤੇ ਉਸ ਵਕਤ ਕਿਹਾ ਜਾਂਦਾ ਹੈ ਵੀ ਜਿੰਨੇ ਵੀ ਪਰਮਿਟ ਉਸ ਦੌਰ ਦੇ ਵਿੱਚ ਉਸ ਆਰਡਰ ਦੇ ਤਹਿਤ ਕੈਂਸਲ ਜਾਂ ਰਿਵੋਕ ਸਮਝੇ ਜਾਂਦੇ ਸਨ, ਯਾਨੀ ਕਿ ਉਹਨਾਂ ਨੂੰ ਖਾਰਜ ਸਮਝਿਆ ਗਿਆ ਸੀ, ਉਹ ਅੱਜ ਦੀ ਤਰੀਕ ਦੇ ਵਿੱਚ ਖਤਮ ਹੁੰਦੇ ਨੇ। ਜਿੰਨੀਆਂ ਵੀ ਐਕਸਟੈਂਸ਼ਨਾਂ ਉਹਨਾਂ ਰੂਟਸ ਤੇ ਜਿਹੜੀਆਂ ਅੱਜ ਵੀ ਬੱਸਾਂ ਚੱਲ ਰਹੀਆਂ ਨੇ ਉਹਨਾਂ ਐਕਸਟੈਂਡਡ ਪਰਮਿਟਸ ਦੇ ਤਹਿਤ ਉਹ ਸਾਰੇ ਦੇ ਸਾਰੇ ਰੂਟਸ ਜਾਂ ਫਿਰ ਉਹ ਪਰਮਿਟ ਇਲੀਗਲ ਨੇ। ਸੋ ਤੁਰੰਤ ਸਰਕਾਰ ਉਸ ਉੱਤੇ ਕਾਰਵਾਈ ਕਰੇ, ਬਣਦੀ ਕਾਰਵਾਈ ਕਰੇ। ਤੇ ਕਾਰਵਾਈ ਕੀ ਬਣਦੀ ਸੀ? ਉਹੀ ਕਾਰਵਾਈ ਬਣਦੀ ਸੀ ਜੋ ਅੱਜ ਦਿਨੇਸ਼ ਚੱਡਾ
ਰਾਜਾ ਵੜਿੰਗ ਨੂੰ ਕਹਿ ਰਹੇ ਨੇ ਵੀ ਤੁਸੀਂ ਕਰ ਦਿਓ। ਆਪਾਂ 2018 ਦੇ ਵਿੱਚ, ਹੁਣ ਤਾਂ ਇਸ ਵਕਤ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਹੋ ਰਹੀ ਹੈ, 2018 ਦੇ ਵਿੱਚ ਸੁਪਰੀਮ ਕੋਰਟ ਇਹ ਕਹਿ ਦਿੰਦਾ ਹੈ ਵੀ ਪੰਜਾਬ ਦੇ ਵਿੱਚ ਬੀਤੇ 1.5 ਤੇ 2 ਦਹਾਕੇ ਤੋਂ ਵੀ ਵੱਧ ਸਮੇਂ ਤੱਕ ਜਿੰਨੇ ਵੀ ਪਰਮਿਟ ਚੱਲ ਰਹੇ ਹੈਗੇ ਨੇ, ਪ੍ਰਾਈਵੇਟ ਜਿਹੜੇ ਪਰਮਿਟ ਹੈਗੇ ਨੇ, ਸਟੇਟ ਕੈਰੀਏਜ ਪਰਮਿਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਤਹਿਤ ਦਿੱਤੀਆਂ ਗਈਆਂ ਐਕਸਟੈਂਸ਼ਨਸ, ਇੱਕ ਐਕਸਟੈਂਸ਼ਨ 24 ਕਿਲੋਮੀਟਰ ਦੀ ਨੂੰ ਛੱਡ ਕੇ ਉਹ ਸਾਰੀ ਦੀ ਸਾਰੀ ਇਲੀਗਲ ਨੇ। ਇਹ 2012 ਵਿੱਚ ਅਦਾਲਤ ਨੇ ਕਿਹਾ, ਇਹ 2018 ਵਿੱਚ ਅਦਾਲਤ ਨੇ ਕਿਹਾ। ਅੱਜ ਆਪਾਂ 2021 ਅਕਤੂਬਰ ਦੇ ਵਿੱਚ ਖੜੇ ਹਾਂ, ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਰਾਜਾ ਵੜਿੰਗ ਹੁਣ ਆ ਕੇ ਕਰਨ ਦੀ ਕੋਸ਼ਿਸ਼ ਜਿੰਨਾ ਵੀ ਕੁਝ ਕਰ ਰਹੇ ਹੈਗੇ ਨੇ ਉਹ ਖਾਣਾ ਪੂਰਤੀ ਹੈ, ਕਿੰਨੇ ਸੰਸੀਅਰ ਨੇ, ਗੰਭੀਰ ਨੇ, ਅਫਸਰ ਕਿੰਨਾ ਕੁ ਹੱਥ ਪੱਲਾ ਉਹਨਾਂ ਨੂੰ ਫੜਾ ਰਿਹਾ, ਸਟੇਟ ਟਰਾਂਸਪੋਰਟ ਕਮਿਸ਼ਨਰ ਦਾ ਜਿਹੜਾ ਦਫ਼ਤਰ ਹੈ ਉਹ ਕਿੰਨਾ ਕੁ ਕੋਆਪਰੇਟ ਕਰ ਰਿਹਾ ਹੈ। ਆਪਾਂ ਇਹ ਸਮਝ ਪਾ ਰਹੇ ਹਾਂ ਵੀ ਹੁਣ ਹੋਇਆ ਕੀ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਗਲਤ ਤਰੀਕੇ ਨਾਲ ਸੁਪਰੀਮ ਕੋਰਟ ਦੇ ਜਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 2012 ਦੇ ਫੈਸਲੇ, ਸੁਪਰੀਮ ਕੋਰਟ ਦੇ 2018 ਦੇ ਫੈਸਲਿਆਂ ਦੇ ਵਿਰੁੱਧ ਜਾਂਦਿਆਂ ਹੋਇਆ ਪੰਜਾਬ ਦੇ ਵਿੱਚ ਟਰਾਂਸਪੋਰਟ ਮਹਿਕਮੇ ਦੇ ਜਿਹੜੇ ਅਫਸਰਾਂ ਦੀ ਮਿਲੀਭੁਗਤ ਦੇ ਨਾਲ ਪ੍ਰਾਈਵੇਟ ਜਿਹੜੇ ਪਰਮਿਟਸ ਹੈਗੇ ਨੇ ਜਾਂ ਪ੍ਰਾਈਵੇਟ ਰੂਟ ਦੇ ਉੱਤੇ ਚੱਲਣ ਵਾਲੀਆਂ ਬੱਸਾਂ ਆਪਣੀ ਮਿਆਦ ਤੋਂ, ਆਪਣੇ ਤੈਅਸ਼ੁਦਾ ਰੂਟ ਤੋਂ ਕਈ 100 ਕਿਲੋਮੀਟਰ ਚੱਲਦੀਆਂ ਰਹੀਆਂ ਨੇ, ਮੁਨਾਫਾ ਫਾਇਦਾ ਕਮਾਉਂਦੀਆਂ ਰਹੀਆਂ ਨੇ, ਬਹੁਤ ਧਨ ਉਹਨਾਂ ਨੇ ਅਰਜਿਤ ਕੀਤਾ ਹੈ ਤੇ ਇਸ ਦੇ ਨਾਲ ਨੁਕਸਾਨ ਹੋਇਆ ਪੰਜਾਬ ਰੋਡਵੇਜ਼ ਦਾ, ਪੀਆਰਟੀਸੀ ਦਾ ਤੇ ਸੂਬੇ ਦੇ ਖਜ਼ਾਨੇ ਦਾ। ਦਿਨੇਸ਼ ਚੱਡਾ ਵਰਗੇ ਲੀਡਰ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਮੁੱਦੇ ਨੂੰ ਸਿਆਸੀ ਪੱਧਰ ਤੇ ਚੁੱਕਦੀ ਹੈ ਤਾਂ ਐਂ ਲੱਗਦਾ ਵੀ ਸਿਆਸੀ ਦੂਸ਼ਣਬਾਜ਼ੀ ਕਰ ਰਹੇ ਨੇ। ਲੇਕਿਨ ਆ ਜਿਹੜਾ ਵਿਜਯੰਤ ਟਰੈਵਲਸ ਵਰਸਸ ਸਟੇਟ ਆਫ ਪੰਜਾਬ, ਗੂਗਲ ਤੇ ਜਾਓ, ਇਸ ਕੇਸ ਨੂੰ ਸਰਚ ਕਰੋ, 136 ਨੰਬਰ ਜਿਹੜਾ ਇਸ ਪੂਰੀ ਜਜਮੈਂਟ ਦੇ ਤਕਰੀਬਨ ਮੈਨੂੰ ਲੱਗਦਾ 150-200 ਪੇਜ ਦੀ ਜਜਮੈਂਟ ਹੋਏਗੀ। 136 ਨੰਬਰ ਆਰਡਰ ਤੇ ਅਖੀਰ ਦੇ ਜਿਹੜੇ ਆਰਡਰ ਦੇ ਆਖਿਰ ਦੇ 10 ਜਾਂ 12 ਪੁਆਇੰਟ ਪੜ੍ਹ ਲਓ, ਤੁਹਾਨੂੰ ਸਮਝ ਵਿੱਚ ਆਏਗਾ ਆ ਜਾਏਗਾ ਵੀ ਅਦਾਲਤਾਂ ਆਪਣਾ ਕੰਮ 2012 ਵਿੱਚ ਕਰ ਦਿੰਦੀਆਂ ਨੇ। 2018 ਵਿੱਚ ਉਹ ਮਾਮਲਾ ਸੁਪਰੀਮ ਕੋਰਟ ਵੱਲੋਂ ਵੈਟ ਹੋ ਕੇ, ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਲੋਕਾਂ ਨੂੰ ਜਾਣਾ ਪਿਆ ਇਸ ਗੱਲ ਨੂੰ ਕਹਿ ਕੇ ਵੀ 2012 ਦੇ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਦਾ ਟਰਾਂਸਪੋਰਟ ਮਹਿਕਮਾ ਲਾਗੂ ਨਹੀਂ ਕਰ ਰਿਹਾ। ਉਹ ਕਹਿੰਦੇ ਤੁਸੀਂ ਲਾਗੂ ਕਰਵਾਓ। ਅੱਛਾ, ਇੱਕ ਹੋਰ ਗੱਲ ਤੁਹਾਨੂੰ ਦੱਸ ਦਿੰਦਾ ਇੱਥੇ, 2018 ਦੇ ਵਿੱਚ ਕਾਰਾ ਕੀ ਕੀਤਾ, ਜਿਹੜਾ ਸਟੇਟ ਟਰਾਂਸਪੋਰਟ ਮਹਿਕਮਾ ਹੈ ਇਸਨੇ ਕੀਤਾ ਕਿ ਮੈਂ ਤੁਹਾਨੂੰ ਇਹ ਸਮਝਾਉਣਾ ਹੈ। ਜਦੋਂ ਸੁਪਰੀਮ ਕੋਰਟ ਦੇ ਵਿੱਚ ਵੀ ਮੋਹਰ ਲੱਗ ਗਈ ਉਸ 2012 ਦੇ ਫੈਸਲੇ ਤੇ, ਇਹ ਤੈਅ ਹੋ ਗਿਆ ਵੀ ਜਿੰਨੇ ਵੀ ਰੂਟ ਐਕਸਟੈਂਡ ਕੀਤੇ ਗਏ ਨੇ ਇਹ ਗਲਤ ਨੇ। ਬਣਦਾ ਇਹ ਸੀ ਸਰਕਾਰ ਨੂੰ ਇਹਨਾਂ ਦੇ ਜਿਹੜੇ ਪਰਮਿਟ ਸੀ ਉਹਨਾਂ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਸੀ, ਯਾਨੀ ਮੰਗਾਦੇ ਵਾਪਸ, ਉਹਨਾਂ ਦੇ ਕਲੀਅਰ ਕਰ ਦਿੰਦੇ ਵੀ ਇੱਕ ਜਿਹੜਾ ਅਲੋਕੇਟਡ ਰੂਟ ਹੈ, ਕਿਉਂਕਿ ਇਹਦਾ ਮਤਲਬ ਇਹ ਨਹੀਂ ਸੀ ਵੀ ਪਰਮਿਟ ਕੈਨਸਲ ਹੋਏ ਨੇ, ਬਲਕਿ ਉਸ ਰੂਟ ਤੇ ਜਿੰਨੀ ਲੈਂਥ ਦੇ ਉੱਤੇ ਉਹ ਚੱਲ ਰਹੇ ਸੀ ਉਸ ਦੇ ਵਿੱਚ ਉਹਨਾਂ ਨੂੰ ਵਾਪਸ ਆਉਣਾ ਪੈਣਾ ਸੀ। ਯਾਨੀ ਕਿ ਕਿਸੇ ਨੇ 4 ਐਕਸਟੈਂਸ਼ਨਾਂ ਦੇ ਉੱਤੇ ਚੱਲ ਰਿਹਾ, ਕਿਸੇ ਨੇ 6 ਐਕਸਟੈਂਸ਼ਨਾਂ 24 ਕਿਲੋਮੀਟਰ ਦੀਆਂ, 100 80 70 ਕਿਲੋਮੀਟਰ ਵਧਾ ਰੱਖੇ ਲੋਕਾਂ ਨੇ, ਉਹਨਾਂ ਦੇ ਉੱਤੇ ਉਹਨਾਂ ਦੀ ਬੱਸਾਂ ਚੱਲਦੀਆਂ ਪਈਆਂ ਨੇ। ਸੋ ਉਹਨਾਂ ਪਰਮਿਟਸ ਨੂੰ ਵਾਪਸ ਮੰਗਾ ਕੇ ਉਹਨਾਂ ਨੂੰ ਕਹਿਣਾ ਸੀ ਵੀ ਤੁਹਾਡਾ ਓਰੀਜਨਲ ਜਿਹੜਾ 1997 ਦੇ ਦੌਰ ਦੇ ਵਿੱਚ ਜਿਹੜਾ ਰੂਟ ਅਲਾਟ ਹੋਇਆ ਸੀ ਉਹ ਇਹ ਵਾਲਾ ਰੂਟ ਸੀ ਤੇ ਤੁਸੀਂ ਇਸੇ ਰੂਟ ਦੇ ਉੱਤੇ ਆਪਣੀ ਬੱਸ ਚਲਾਣੀ ਹੈ। ਇਹ ਚੀਜ਼ ਨਹੀਂ ਹੋਈ, ਉਲਟਾ ਟਰਾਂਸਪੋਰਟ ਮਹਿਕਮੇ ਨੇ ਸ਼ੋ ਕਾਜ਼ ਨੋਟਿਸ ਇਸ਼ੂ ਕਰਤੇ। ਹੁਣ ਤੁਸੀਂ ਇਸ ਨੂੰ ਸਮਝਣਾ ਜਰਾ, ਹਾਈ ਕੋਰਟ ਦਾ ਫੈਸਲਾ ਆ ਚੁੱਕਾ 2012 ਵਿੱਚ, ਸੁਪਰੀਮ ਕੋਰਟ ਉਸ ਉੱਤੇ ਮੋਹਰ ਲਗਾ ਚੁੱਕਾ 2018 ਵਿੱਚ। ਉਸ ਤੋਂ ਬਾਅਦ ਟਰਾਂਸਪੋਰਟ ਮਹਿਕਮਾ ਸ਼ੋ ਕਾਜ਼ ਨੋਟਿਸ ਇਹਨਾਂ ਪ੍ਰਾਈਵੇਟ ਟਰਾਂਸਪੋਰਟਰਸ ਨੂੰ ਦੇ ਕੇ ਪੁੱਛ ਰਿਹਾ ਵੀ ਤੁਸੀਂ ਇਹ ਬੱਸਾਂ ਕਿਵੇਂ ਚਲਾ ਰਹੇ ਹੋ, ਸਾਨੂੰ ਦਾ ਸਪਸ਼ਟੀਕਰਨ ਦਿਓ। ਜਦੋਂ ਉਹਨਾਂ ਦਾ ਪਰਮਿਟ ਮੰਗਾ ਕੇ ਉਹਨਾਂ ਨੂੰ ਹਿਦਾਇਤ ਦੇਣ ਦਾ ਤੇ ਆਰਡਰ ਦੇਣ ਦਾ ਸਮਾਂ ਸੀ, ਇਹ ਸ਼ੋ ਕਾਜ਼ ਨੋਟਿਸ ਦੇ ਕੇ ਸਮੇਂ ਨੂੰ ਹੋਰ ਲੰਮਾ ਪਾ ਕੇ ਤਕਰੀਬਨ 3-3.5 ਸਾਲ ਹੋਰ ਇਸ ਪੂਰੀ ਗੱਲਬਾਤ ਨੂੰ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਹੋਣ ਨਹੀਂ ਦਿੱਤਾ ਗਿਆ। ਇਸ ਦੇ ਵਿੱਚ ਦੋਸ਼ੀ ਕਿਸ ਨੂੰ ਮੰਨਿਆ ਜਾਵੇ? ਬੀਤੇ 3.5 ਸਾਲਾਂ ਦੇ ਵਿੱਚ ਪੰਜਾਬ ਦਾ ਜਿਹੜਾ ਟਰਾਂਸਪੋਰਟ ਮੰਤਰੀ ਸੀ, ਮੈਂ ਤਾਂ ਰਜ਼ੀਆ ਸੁਲਤਾਨਾ ਇੱਥੇ ਉਹ ਸੀ, ਜਾਂ ਹੁਣ ਜਿਹੜੇ ਅਮਰਿੰਦਰ ਰਾਜਾ ਵੜਿੰਗ ਕੋਸ਼ਿਸ਼ ਕਰ ਰਹੇ ਨੇ ਨਹੀਂ ਕਰ ਰਹੇ ਨੇ, ਗੋਡ ਨੋਸ, ਉਹਨਾਂ ਨੂੰ ਮਹਿਕਮੇ ਦੇ ਅਫਸਰ ਕਿੰਨਾ ਕੁ ਤੋਰਨਗੇ। ਸਾਡੇ ਪ੍ਰੋਬਲਮ ਹੈ ਪੋਲੀਟੀਸ਼ੀਅਨਸ ਦੀ, ਇਹੀ ਐਮਐਲਏਸ ਦੀ ਵੀ, ਇਹਨਾਂ ਨੂੰ ਡੀਲ ਕਰਨਾ ਨਹੀਂ ਆਉਂਦਾ। ਇਹ ਜਿਹੜੇ ਬਿਊਰੋਕਰੇਟਸ ਬੈਠੇ ਨੇ ਪੰਜਾਬ ਦੀਆਂ ਅਲੱਗ-ਅਲੱਗ ਕੁਰਸੀਆਂ ਤੇ, ਇਹਨਾਂ ਦਾ ਗਲਵਾ ਐਡਾ ਜ਼ਿਆਦਾ ਹੈ ਤੇ ਕਾਨੂੰਨੀ ਘੁੰਡੀਆਂ ਦੇ ਵਿੱਚ ਉਲਝਾ ਕੇ ਐਡਾ ਕੁ ਮੂਰਖ ਬਣਾ ਸਕਦੇ ਨੇ। ਤੇ ਪਿਛਲੇ 3.5 ਸਾਲਾਂ ਤੋਂ ਉਹ 2017 ਵਿੱਚ ਟਰਾਂਸਪੋਰਟ ਮਾਫੀਆ ਦਾ ਰੋਣਾ ਰੋਂਦੀ ਤੇ ਦੁਹਾਈ ਦਿੰਦੀ ਹੋਈ ਕਾਂਗਰਸ ਸਰਕਾਰ ਬੀਤੇ 4.5 ਸਾਲਾਂ ਦੇ ਵਿੱਚ ਕਿਉਂ ਨਾ ਬੱਸਾਂ ਨੂੰ ਰੋਕ ਨਹੀਂ ਪਾਈ, ਕਿਉਂ ਨਾ ਪਰਮਿਟਾਂ ਦੇ ਉੱਤੇ ਹੋਰ ਹੀ ਅੰਨੀ ਲੁੱਟ ਖਜ਼ਾਨੇ ਦੀ ਉਸ ਨੂੰ ਰੋਕ ਨਹੀਂ ਪਾਈ। ਇਸ ਦਾ ਜਵਾਬ ਹੁਣ ਕੌਣ ਦੇਵੇ? ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਨਹੀਂ ਪੁੱਛਿਆ ਜਾ ਸਕਦਾ। ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਨਾ ਕਿ ਜੇ ਉਹਨਾਂ ਨੇ ਕਿਹਾ ਸੀ ਵੀ ਕੇਬਲ ਮਾਫੀਆ ਤੇ ਟਰਾਂਸਪੋਰਟ ਮਾਫੀਆ, ਭੂ ਮਾਫੀਆ, ਡਰੱਗਸ ਮਾਫੀਆ, ਇਹ ਸਾਰੇ ਮਾਫੀਏ ਖਤਮ ਕਰਨਗੇ, ਤਾਂ ਟਰਾਂਸਪੋਰਟ ਮਾਫੀਆ ਦੇ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਅਦਾਲਤਾਂ ਦਾ ਫਰਮਾਨ ਹੈ ਉਸ ਨੂੰ ਲਾਗੂ ਕਰਾਉਣ ਦੇ ਵਿੱਚ ਸੂਬਾ ਸਰਕਾਰਾਂ ਜਾਂ ਮਹਿਕਮੇ ਵੱਲੋਂ ਐਡੀ ਢਿੱਲ ਇੱਕ ਕ੍ਰਿਮੀਨਲ ਨੈਗਲੀਜੈਂਸ ਨਹੀਂ ਹੈ ਤਾਂ ਹੋਰ ਕੀ ਹੈ? ਤੇ ਇਸ ਦੇ ਕੀ ਅਫਸਰਾਂ ਨੂੰ ਅਲੱਗ-ਅਲੱਗ ਸਮੇਂ ਦੇ, ਹੁਣ ਆਪਾਂ ਇਹਨਾਂ ਨਾ ਕਹੀਏ ਅੱਜ ਐਸਟੀਸੀ ਕੌਣ ਹੈ, ਆਪਾਂ ਚੱਕੀਏ ਪਿਛਲੇ 10 ਸਾਲਾਂ ਦੇ 2012 ਤੋਂ ਬਾਅਦ ਦੇ ਜਿੰਨੇ ਵੀ ਐਸਟੀਸੀ ਰਹੇ ਨੇ ਜਾਂ ਜਿੰਨੇ ਵੀ ਉਹਦੇ ਥੱਲੇ ਅਫਸਰ ਰਹੇ ਨੇ, ਉਹਨਾਂ ਤੋਂ ਕਿਉਂ ਨਾ ਪੁੱਛਿਆ ਜਾਵੇ? ਉਹਨਾਂ ਨੂੰ ਵੀ ਤਾਂ ਆਫਟਰ ਆਲ ਪੈਨਸ਼ਨ ਆਪਾਂ ਦਿੰਦੇ ਹੀ ਹੈ।
ਅਦਾਲਤਾਂ ਦੇ ਐਡੇ ਵੱਡੇ ਵੱਡੇ ਫੈਸਲੇ ਆ ਚੁੱਕੇ ਹੋਣ ਤੇ ਜਿਹੜੇ ਸੂਬੇ ਦੇ ਮਹਿਕਮੇ ਹੈਗੇ ਨੇ, ਅਫਸਰ ਹੈਗੇ ਨੇ, ਮਿਲੇ ਹੋਏ ਅਫਸਰ, ਪ੍ਰਾਈਵੇਟ ਬੱਸ ਆਪਰੇਟਰਾਂ ਦੀ ਗੋਦੀਆਂ ਦੇ ਵਿੱਚ ਬੈਠੇ ਹੋਏ ਅਫਸਰ, ਜੋ ਕਿ ਕਿਸੇ ਵੀ ਹਾਲਤ ਤੇ ਆਪਣਾ ਕੰਮ ਕਰਨ ਨੂੰ ਤਿਆਰ ਨਹੀਂ। ਰਾਜ ਦੇ ਸੂਬੇ ਦੇ ਖਜ਼ਾਨੇ ਨੂੰ, ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵਰਗੇ ਜਿਹੜੇ ਮਹਿਕਮੇ ਹੈਗੇ ਨੇ, ਇਹਨਾਂ ਨੂੰ ਜਿਹੜਾ ਹੋ ਰਿਹਾ ਲਾਸ ਹੈ, ਆਮ ਜਨਤਾ ਨੂੰ ਹੋ ਰਿਹਾ ਲਾਸ ਹੈ, ਉਸ ਦੀ ਭਰਪਾਈ ਕਰਨਾ ਉਹ ਨਹੀਂ ਚਾਹੁੰਦੇ। ਪੁਰਾਣਾ ਤਾਂ ਚਲੋ ਗੱਲਬਾਤ ਗਈ ਬੀਤੀ, ਨਵੀਂ ਹੀ ਕਰ ਲੈਂਦੇ, ਕਿਉਂਕਿ 1997 ਤੋਂ ਇਹ ਸਾਰਾ ਦਾ ਸਾਰਾ ਖੇਡ ਚੱਲੀ ਜਾਂਦਾ। 2007 ਤੋਂ ਲੈ ਕੇ 2011-12 ਤੱਕ ਬੁੱਲੇ ਲੁੱਟੇ ਹੈਗੇ ਨੇ ਨਾ ਪ੍ਰਾਈਵੇਟ ਆਪਰੇਟਰਾਂ ਨੇ, ਤੇ ਆਪਣੇ ਸਿਆਸੀ ਅਕਾਵਾਂ ਨੂੰ ਵੀ ਲੁਟਾਏ ਹੋਣਗੇ। ਤਾਂ ਸਵਾਲ ਇਹੀ ਪੈਦਾ ਹੋ ਰਿਹਾ ਹੈ ਵੀ ਗੱਲਾਂ ਬਾਤਾਂ ਤਾਂ ਆਪਾਂ ਬਹੁਤ ਕਰ ਲੈਂਦੇ ਹਾਂ, ਲੇਕਿਨ ਇਹ ਚੀਜ਼ਾਂ ਦੇ ਉੱਤੇ ਨੱਥ ਕੌਣ ਪਾਏਗਾ? ਕਿਹੜੀ ਸਰਕਾਰ ਉੱਤੇ ਵਿਸ਼ਵਾਸ ਕਰੀਏ? ਕਿਹੜੇ ਮੁੱਖ ਮੰਤਰੀ ਦੀ ਗੱਲ ਨੂੰ ਸੁਣੀਏ? ਕਿਹੜੀ ਪਾਰਟੀ ਦਾ ਆਪਾਂ ਲੜ ਫੜੀਏ ਜੋ ਕਿ ਇਸ ਤਰੀਕੇ ਦੀ ਸ਼ਰੇਆਮ ਹੋ ਰਹੀ, ਦਿਨ ਦਹਾੜੇ ਹੋ ਰਹੀ, ਸੜਕਾਂ ਦੇ ਉੱਤੇ ਹਜ਼ਾਰਾਂ ਲੱਖਾਂ ਕਿਲੋਮੀਟਰ ਚੱਲਦੀਆਂ ਹੋਈਆਂ ਬੱਸਾਂ, ਪ੍ਰਾਈਵੇਟ ਬੱਸਾਂ ਦੇ ਜ਼ਰੀਏ ਹੋ ਰਹੀ ਇਸ ਲੁੱਟ ਦਾ ਹਿਸਾਬ ਕਿਤਾਬ ਨਹੀਂ ਮੰਗ ਪਾਏ ਹੈਗੇ ਨੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਪਾਏ ਨੇ। ਸੋ ਅਦਾਲਤਾਂ ਦੇ ਫੈਸਲੇ ਕਲੀਅਰ ਨੇ, ਜਾ ਕੇ ਤੁਸੀਂ ਆਪਣੀ ਕੋਖ ਵੀ ਕਰੋ, ਰਿਸਰਚ ਕਰੋ। ਮੇਰੇ ਕੋਲ ਜਿੰਨੀ ਜਾਣਕਾਰੀ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ। ਹੋਰ ਬਹੁਤ ਐਸਪੈਕਟ ਨੇ ਟਰਾਂਸਪੋਰਟ ਪਾਲਿਸੀ ਦੇ ਨਾਲ, ਹੋਰ ਵੀ ਕਈ ਕੁੰਡੀਆਂ ਹੈਗੀਆਂ ਨੇ, ਮੈਂ ਅਗਲੀ ਵੱਖਰੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਲੇਕਿਨ ਮੋਟਾ ਪੁਆਇੰਟ ਅੱਜ ਦੀ ਰਿਪੋਰਟ ਦੇ ਵਿੱਚੋਂ ਨਿਕਲਣ ਵਾਲਾ ਇਹੀ ਸੀ ਵੀ ਜਿਹੜੇ ਪ੍ਰਾਈਵੇਟ ਆਪਰੇਟਰਸ ਕੰਮ ਕਰ ਰਹੇ ਨੇ, ਮੈਂ ਸਾਰੇ ਪ੍ਰਾਈਵੇਟ ਆਪਰੇਟਰਸ ਮਾਰੇ ਨਹੀਂ, ਬਹੁਤ ਸੇ ਸੈਂਕੜਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਮਿਟ ਵੰਡੇ ਹੋਏ ਨੇ। ਬਹੁਤ ਸੇ ਆਪਰੇਟਰ ਆਪਣੀ ਜਿਹੜਾ ਉਹਨਾਂ ਨੂੰ ਤੈਅਸ਼ੁਦਾ ਰੂਟ ਦਿੱਤਾ ਗਿਆ ਹੈ ਤੇ ਉਹਦੀ ਇੱਕ ਜਿਹੜੀ ਐਕਸਟੈਂਸ਼ਨ, ਲੀਗਲ ਐਕਸਟੈਂਸ਼ਨ ਬਣਦੀ ਹੈ 24 ਕਿਲੋਮੀਟਰ ਦੀ, ਐਜ਼ ਅ ਡਾਇਵਰਸ਼ਨ ਜਾਂ ਫਿਰ ਕਿਸੇ ਵੀ ਟਰਮੀਨਾਈ ਤੋਂ ਉੱਤੇ ਇਸ ਰੂਟ ਨੂੰ ਐਕਸਟੈਂਡ ਕਰਨ ਦੀ, ਉਸ ਦੀ ਪਾਲਣਾ ਕਰਕੇ ਆਪਣਾ ਜੈਨੂਇਨਲੀ ਕੰਮ ਧੰਦਾ ਵੀ ਕਰ ਰਹੇ ਨੇ। ਲੇਕਿਨ ਬਥੇਰੇ ਅਜਿਹੇ ਹੈਗੇ ਨੇ ਸਿਸਟਮ ਦੇ ਵਿੱਚ ਲੋਕ ਜੋ ਕਿ ਅੰਨ੍ਹੇਵਾਹ ਲੁੱਟ ਕਰਨਾ ਚਾਹੁੰਦੇ ਨੇ। ਉਹਨਾਂ ਕੋਲ ਬੱਸਾਂ ਵੀ ਹੈ, ਪੈਸਾ ਵੀ ਹੈ, ਗੱਡੀਆਂ ਭਜਾਉਣ ਦਾ ਸਾਰਾ ਸਿਸਟਮ ਵੀ, ਉਹ ਚਾਹੁੰਦੇ ਨੇ ਵੀ ਦਿਨ ਰਾਤ ਸਾਡਾ ਮੀਟਰ ਚੱਲੇ, ਪੈਸਾ ਕਮਾਈਏ ਤੇ ਜੇਬਾਂ ਭਰੀਏ ਆਪਣੀਆਂ ਵੀ, ਤੇ ਉਹਨਾਂ ਸਿਆਸਤਦਾਨਾਂ ਦੀ ਵੀ ਭਰੀਏ ਜੋ ਕਿ ਉੱਤੇ ਬੈਠੇ ਨੇ, ਉਹਨਾਂ ਅਫਸਰਾਂ ਦੀ ਵੀ ਭਰੀਏ ਜੋ ਕਿ ਇਹਨਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਆਰਡਰਾਂ ਨੂੰ ਅੱਖਾਂ ਬੰਦ ਕਰਕੇ, ਕੰਨਾਂ ਦੇ ਵਿੱਚ ਉਂਗਲੀ ਪਾ ਕੇ ਆਬਜ਼ਰਵ ਕਰ ਰਹੇ ਨੇ ਤੇ ਉਹਨਾਂ ਦੇ ਉੱਤੇ ਕੁਝ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈਗੇ ਨੇ। ਸੋ ਦੋਸਤੋ, ਇੰਨੀ ਹੀ ਅੱਜ ਦੀ ਰਿਪੋਰਟ ਸੀ। ਉਮੀਦ ਕਰਾਂਗੇ ਠੀਕ ਲੱਗੀ ਹੋਵੇਗੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਰਿਪੋਰਟ ਨੂੰ ਵੇਖਣ ਲਈ। ਰਿਤੇਸ਼ ਲਖਿਆ ਅਨਪਲੱਗ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰਿਪੋਰਟ ਦਾ ਇੱਕ ਦੂਸਰਾ ਹਿੱਸਾ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ।